ਉਹ ਤੁਹਾਨੂੰ ਦਿਖਾਵਾਂਗੇ। ਇੰਡੀਆ ਦਾ ਪਹਿਲਾ ਪੋਸਟ ਕਾਰਡ ਜੋ ਕਿ 142 ਸਾਲ ਪਹਿਲਾਂ ਚੱਲਿਆ ਸੀ, ਉਹ ਕਿਹੜਾ ਪੋਸਟ ਕਾਰਡ ਹੈ। ਲਗਭਗ 142 ਸਾਲਾਂ ਤੋਂ ਭਾਰਤ ਵਿੱਚ ਜਿੰਨੇ ਵੀ ਪੋਸਟ ਕਾਰਡ ਚੱਲਦੇ ਆਏ ਨੇ ਸਾਰੇ ਹੀ ਕਲੈਕਟ ਕੀਤੇ ਹੋਏ ਨੇ। ਲਗਭਗ 20 ਸਾਲਾਂ ਤੋਂ ਇਹ ਵਿਅਕਤੀ ਪੋਸਟ ਕਾਰਡ ਕਲੈਕਟ ਕਰ ਰਿਹਾ। ਕਲੈਕਟ ਕਰਕੇ ਤਾਂ ਫਰੇਮ ਵਿੱਚ ਜੜਾ ਦਿੱਤਾ ਗਿਆ ਵੀ ਬੱਚੇ ਇਹਨੂੰ ਦੇਖਣ। तो 1879 ਦੇ ਵਿੱਚ ਪਹਿਲਾ ਪੋਸਟ ਕਾਰਡ ਆਇਆ। ਸਾਡੇ ਨਾਲੋਂ 10 ਸਾਲ ਪਹਿਲਾਂ ਯਾਨੀ ਕਿ 1869 ਦੇ ਵਿੱਚ ਆਸਟ੍ਰੇਲੀਆ 'ਚ ਪੋਸਟ ਕਾਰਡ ਪਹਿਲੀ ਵਾਰ ਚੱਲਿਆ ਸੀ। ਵਰਲਡ ਦਾ ਪਹਿਲਾ ਪੋਸਟ ਕਾਰਡ ਹੈ ਜਿਹੜਾ ਉਹ 1869 ਦੇ ਵਿੱਚ ਆਸਟ੍ਰੇਲੀਆ 'ਚ ਚੱਲਿਆ ਸੀ। 1879 ਦੇ ਵਿੱਚ ਜਿਹੜਾ ਫਸਟ ਪੋਸਟ ਕਾਰਡ ਚੱਲਿਆ ਉਹ ਆ ਹੈ ਜੀ। ਇਹ ਮੈਨੇ ਈਅਰ ਵਾਈਜ਼ ਲਾਏ ਨੇ। ਉਸ ਤੋਂ ਬਾਅਦ ਜਿਉਂ-ਜਿਉਂ ਅੱਗੇ ਜਾਈ ਜਾਓਗੇ ਈਅਰ ਅੱਗੇ ਵਧੀ ਜਾਣਗੇ। ਇਹਨਾਂ ਦੀ ਕੈਂਸਲੇਸ਼ਨ ਤੇ ਈਅਰ ਪੜ੍ਹਿਆ ਜਾ ਸਕਦਾ, ਬਾਕਾਇਦਾ ਈਅਰ ਲਿਖਿਆ ਹੋਇਆ। ਔਰ ਫਸਟ ਇਸ਼ੂ ਲਿਖਿਆ ਮੈਨੇ 1879 ਤੋਂ ਲੈ ਕੇ ਤੇ 1903 ਤੱਕ ਦੇ ਇਹ ਪੋਸਟ ਕਾਰਡ ਇਹਦੇ 'ਚ ਲਾਏ ਨੇ। 1903 ਤੱਕ ਦੇ ਕਿਉਂ ਲਾਏ ਨੇ ਕਿ ਵਿਕਟੋਰੀਆ ਕੁਈਨ ਦਾ ਜਿਹੜਾ ਪੋਸਟ ਕਾਰਡ ਮਿਲਦਾ ਹੈ ਉਹ 1903 ਤੱਕ ਦਾ ਹੀ ਮਿਲਦਾ ਆਪਾਂ ਨੂੰ। ਪਹਿਲਾ ਪੋਸਟ ਕਾਰਡ ਚੱਲਿਆ ਜਦੋਂ ਇੰਡੀਆ ਦਾ, ਉਸ ਦੀ ਕੀਮਤ ਕਿੰਨੀ ਸੀ? ਫਸਟ ਇਸ਼ੂ ਸੀ ਜਿਹੜਾ ਅੱਜ ਤੋਂ 142 ਸਾਲ ਪਹਿਲਾਂ ਚੱਲਿਆ, ਜਿਹੜਾ ਉਸ ਦੀ ਕੀਮਤ ਰੱਖੀ ਸੀ 1 ਕੁਆਟਰ ਆਨਾ। ਇਟ ਮੀਨਸ 1 ਪੈਸਾ। ਉਹ ਆਨਾ 4 ਪੈਸਿਆਂ ਦਾ ਹੁੰਦਾ ਸੀਗਾ। ਰੁਪਈਆ 16 ਆਨੇ 64 ਪੈਸੇ। 64 ਪੈਸੇ ਦਾ ਉਸ ਟਾਈਮ 1 ਰੁਪਈਆ ਸੀਗਾ। 100 ਪੈਸੇ ਦਾ ਬਹੁਤ ਬਾਅਦ 'ਚ ਬਣਿਆ। ਇਹ ਜਿਹੜਾ ਗੌਰ ਕਰੋਗੇ ਇਹਦੇ ਤੇ ਲਿਖਿਆ ਹੈ ਫਸਟ ਇਸ਼ੂ ਤੇ ਈਸਟ ਇੰਡੀਆ ਪੋਸਟ ਕਾਰਡ। ਜਿਹੜਾ ਜ਼ੂਮ ਕਰਕੇ ਦਿਖਾਓ, ਈਸਟ ਇੰਡੀਆ ਪੋਸਟ ਕਾਰਡ। ਫਿਰ ਇਹਨਾਂ ਨੇ 1858 ਦੇ ਵਿੱਚ ਜਦੋਂ ਮੁਕੰਮਲ ਆਜ਼ਾਦੀ ਮਿਲ ਗਈ ਸੀ, ਉਸ ਤੋਂ ਬਾਅਦ ਈਸਟ ਇੰਡੀਆ ਦੇ ਬਦਲੇ ਬ੍ਰਿਟਿਸ਼ ਇੰਡੀਆ ਨਾਮ ਰੱਖਤਾ ਸੀਗਾ ਇਹਨਾਂ ਨੇ। ਬ੍ਰਿਟਿਸ਼ ਇੰਡੀਆ ਅੰਗਰੇਜ਼ਾਂ ਨੇ ਈਸਟ ਇੰਡੀਆ ਚੱਕਤਾ ਸੀਗਾ। ਜਦੋਂ ਮੁਕੰਮਲ ਇੰਡੀਆ 'ਤੇ ਕਬਜ਼ਾ ਹੋ ਗਿਆ ਇਹਨਾਂ ਦਾ, ਉਸ ਟਾਈਮ ਇਹਨਾਂ ਨੇ ਬ੍ਰਿਟਿਸ਼ ਇੰਡੀਆ ਰੱਖਿਆ। ਅਤੇ ਅਗਲੇ ਜਿਹੜੇ ਪੋਸਟ ਕਾਰਡ ਮੈਂ ਤੁਹਾਨੂੰ ਦਿਖਾਉਣਾ ਚਾਹਣਾ, ਉਹਨਾਂ ਦੇ ਤਾਂ ਈਸਟ ਇੰਡੀਆ ਲਿਖਿਆ ਹੋਇਆ ਪੋਸਟ ਕਾਰਡ, ਇਹਦੇ 'ਤੇ ਇੰਡੀਆ ਪੋਸਟ ਕਾਰਡ ਲਿਖਿਆ ਹੋਇਆ। ਬਦਲ ਦਿੱਤਾ ਗਿਆ, ਉਸ ਤੋਂ ਬਦਲ ਦਿੱਤਾ ਗਿਆ, ਇੰਡੀਆ ਪੋਸਟ ਕਾਰਡ ਹੋ ਗਿਆ। ਫਿਰ ਇਹ ਪਟਿਆਲਾ ਸਟੇਟ ਪੋਸਟ ਕਾਰਡ ਬ੍ਰਿਟਿਸ਼ ਇੰਡੀਆ, ਉਸ ਟਾਈਮ ਬ੍ਰਿਟਿਸ਼ ਇੰਡੀਆ ਦੇ ਦੌਰ 'ਚ ਜਿਹੜੇ ਚੱਲੇ ਨੇ। ਇਹਦੇ 'ਚ ਤੁਸੀਂ ਬਾਕਾਇਦਾ ਪਟਿਆਲਾ ਸਟੇਟ ਦਾ ਇਨਸਿਗਨੀਆ, ਜਿਹਨੂੰ ਕੋਟ ਆਫ ਆਰਮ ਲੋਗੋ ਕਿਹਾ ਜਾਂਦਾ ਹੈ, ਪਟਿਆਲਾ ਸਟੇਟ, ਔਰ ਇਹਦੇ ਉੱਪਰ ਲਿਖਿਆ ਹੋਇਆ ਹੈ ਪਟਿਆਲਾ ਸਟੇਟ ਬਾਕਾਇਦਾ। ਮਤਲਬ ਜਿਹੜੇ ਵੀ ਪੋਸਟ ਕਾਰਡ ਪਟਿਆਲਾ ਸਟੇਟ ਨੇ ਚਲਾਏ, ਪਟਿਆਲਾ ਸਟੇਟ ਨੂੰ ਆਪਣਾ ਪੋਸਟ ਕਾਰਡ ਚਲਾ ਕੇ ਛਾਪਣ ਦੀ ਆਗਿਆ ਨਹੀਂ ਸੀਗੀ ਅੰਗਰੇਜ਼ਾਂ ਵੱਲੋਂ। ਪਟਿਆਲੇ ਨੂੰ, ਮਲੇਰਕੋਟਲੇ ਨੂੰ, ਨਾਭੇ ਨੂੰ, ਫਰੀਦਕੋਟ ਨੂੰ, ਚੰਬੇ ਨੂੰ, ਪੰਜਾਬ ਦੀਆਂ ਜਿਹੜੀਆਂ ਸਟੇਟਾਂ ਨੇ, ਪੰਜਾਬ ਦੀ ਕਿਸੇ ਸਟੇਟ ਨੂੰ, ਨਾਭਾ ਆ ਗਿਆ, ਜੀਂਦ ਆ ਗਿਆ, ਕਿਸੇ ਸਟੇਟ ਨੂੰ ਆਪਣਾ ਪੋਸਟ ਕਾਰਡ ਛਾਪਣ ਦੀ ਇਜਾਜ਼ਤ ਨਹੀਂ ਸੀ। ਅੰਗਰੇਜ਼ਾਂ ਦੇ ਪੋਸਟ ਕਾਰਡ ਦੇ ਉੱਪਰ ਹੀ ਓਵਰ ਪ੍ਰਿੰਟ ਕੀਤਾ ਜਾਂਦਾ ਸੀਗਾ। ਇਹ ਵਿਕਟੋਰੀਆ ਦੇ ਦੌਰ ਦਾ ਜੀ ਪੋਸਟ ਕਾਰਡ, ਵਿਕਟੋਰੀਆ ਕੁਈਨ ਦਾ। ਪਟਿਆਲਾ ਸਟੇਟ, ਪਟਿਆਲਾ ਦੇ ਸਪੈਲਿੰਗ ਉਸ ਟਾਈਮ ਮਿਸ ਹੋਏ ਨੇ। ਇਹ ਉਹਦੇ ਉੱਪਰ ਇੱਦਾਂ, ਇਹਦੇ ਉੱਪਰ ਮੋਹਰ 'ਤੇ ਇੱਦਾਂ ਲੱਗੇ ਹੋਏ ਨੇ। ਇਹ ਐਰਰ ਹੈ ਬਹੁਤ ਵੱਡਾ। ਪਟਿਆਲਾ, ਇਹ ਮੋਹਰ 'ਤੇ ਤੁਸੀਂ ਪੜ੍ਹ ਸਕਦੇ ਹੋ ਬਾਕਾਇਦਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਅੱਛਾ, ਜਿਵੇਂ ਰਿਆਸਤਾਂ ਵੰਡੀਆਂ ਹੋਈਆਂ ਸੀ, ਸਭ ਦੇ ਅਲੱਗ-ਅਲੱਗ ਹੈਗੇ ਸੀ? ਹਾਂਜੀ, ਅਲੱਗ-ਅਲੱਗ ਸੀਗੇ ਸਭ ਦੇ। ਮੈਂ ਤੁਹਾਨੂੰ ਉਹ ਵੀ ਪੋਸਟ ਕਾਰਡ ਦਿਖਾਵਾਂਗਾ ਜਿਹੜਿਆਂ ਰਿਆਸਤਾਂ ਦੇ ਆਪਣੇ ਛਪਾਏ ਹੋਏ ਸੀਗੇ। ਅੰਗਰੇਜ਼ਾਂ ਦਾ ਪੋਸਟ ਕਾਰਡ ਨਹੀਂ ਉਹਨਾਂ ਨੇ ਇਸਤੇਮਾਲ ਕਰਿਆ, ਉਹਨਾਂ ਨੇ ਆਪਣੇ ਛਪਾਏ ਨੇ ਔਰ ਉਹੀ ਚੱਲਦੇ ਸੀ। ਅੰਗਰੇਜ਼ਾਂ ਨੂੰ ਹੁਣ ਮਾਨਤਾ ਮਿਲੀ ਹੋਈ ਸੀ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ। ਉਹ ਵਜ੍ਹਾ ਕੀ ਸੀ ਕਿ ਉਹ ਬਹੁਤ ਨੇੜੇ ਸੀਗੀਆਂ ਅੰਗਰੇਜ਼ਾਂ ਦੇ ਰਿਆਸਤਾਂ, ਅੰਗਰੇਜ਼ਾਂ ਦੀਆਂ ਵੱਧ ਵਫਾਦਾਰ ਸੀਗੀਆਂ ਉਹ। 1947 ਤੱਕ ਅੰਗਰੇਜ਼ਾਂ ਦੇ ਪੋਸਟ ਕਾਰਡ ਚੱਲੇ। 1947 'ਚ ਭਾਰਤ ਆਜ਼ਾਦ ਹੋ ਗਿਆ, ਪਰ 3 ਸਾਲ ਅੰਗਰੇਜ਼ਾਂ ਦੇ ਹੀ ਪੋਸਟ ਕਾਰਡ ਚੱਲਦੇ ਰਹੇ। 1950 ਤੱਕ 3 ਸਾਲ ਆਪਾਂ ਆਜ਼ਾਦ ਹੋਣ ਤੋਂ ਬਾਅਦ ਵੀ ਅੰਗਰੇਜ਼ਾਂ ਦੇ ਪੋਸਟ ਕਾਰਡ ਹੀ ਇਸਤੇਮਾਲ ਕਰਦੇ ਰਹੇ। ਇਹ ਪੋਸਟ ਕਾਰਡ ਦੀ ਕੀਮਤ 4 ਰੁਪਏ ਰੱਖੀ ਗਈ ਹੈ। ਕਿੱਥੇ 1 ਪੈਸਾ ਜਾਂ 10 ਪੈਸੇ ਜਾਂ 15 ਪੈਸੇ, ਕਿੱਥੇ 4 ਰੁਪਏ। ਇਹ ਬਾਈ 에ਅਰ ਮੇਲ ਹੈ, ਹਵਾਈ ਜਹਾਜ਼ ਨਾਲ ਜਾਣ ਵਾਲਾ ਪੋਸਟ ਕਾਰਡ ਹੈ। ਔਰ ਇਹ ਇੱਕ ਟਾਈਮ ਦੇ ਵਿੱਚ ਇੰਡੀਆ ਗੌਰਮੈਂਟ ਨੇ ਕੱਢੇ ਸੀਗੇ। ਉਹਦੇ ਇੰਡੀਆ ਦੇ ਜਿਹੜੇ ਬਿਲਡਿੰਗਾਂ ਨੇ, ਜਿਨ੍ਹਾਂ ਨੂੰ ਦਰਸ਼ਨ ਕਰਨ ਵਾਲੀਆਂ ਬਿਲਡਿੰਗਾਂ ਨੇ, ਵੱਡੀਆਂ ਇਤਿਹਾਸਿਕ ਬਿਲਡਿੰਗਾਂ ਜਿਨ੍ਹਾਂ ਨੂੰ, ਉਹਨਾਂ ਦੀਆਂ ਫੋਟੋਆਂ ਛਾਪੀਆਂ ਸੀ ਇਹਨਾਂ 'ਤੇ। ਕਿਹੜੇ ਸਾਲ ਦੀ ਗੱਲ ਹੈ ਜਦੋਂ ਬਾਈ 에ਅਰ ਜਾਂਦੀਆਂ ਸੀ ਇਹ ਕਾਰਡ? ਇਹ ਦੇਖੋ ਜੀ, 1999 ਦੇ ਵਿੱਚ ਇੱਕ ਐਗਜ਼ੀਬਿਸ਼ਨ ਲੱਗੀ ਸੀਗੀ। ਉਸ ਐਗਜ਼ੀਬਿਸ਼ਨ ਦੇ ਵਿੱਚ
ਭਾਰਤ ਸਰਕਾਰ ਵੱਲੋਂ ਇਹ ਇਸ਼ੂ ਰੱਖੇ ਗਏ ਸੀਗੇ। ਮੇਰਾ ਮਕਸਦ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਉਸ ਟਾਈਮ ਦਾ ਦੱਸਣਾ ਹੈ ਵੀ ਉਸ ਟਾਈਮ ਕੀ ਸੀਗਾ। ਮੈਂ ਦੱਸਣ ਦਾ ਮਕਸਦ ਹੈ ਮੇਰਾ, ਨਵੀਂ ਪੀੜ੍ਹੀ ਨੂੰ ਪਤਾ ਲੱਗੇ, ਜਾਣਕਾਰੀ ਹਾਸਲ ਹੋਵੇ। ਮੈਂ ਇਕੱਲੇ ਕਬਾੜੀਏ ਕੋਲੇ ਘੁੰਮਿਆ, ਕਬਾੜੀਆਂ ਦੀ ਜਾ ਕੇ ਰੱਦੀ ਫਰੋਲੀ ਹੈ ਮੈਨੇ, ਉਹਦੇ ਚੋਂ ਪੋਸਟ ਕਾਰਡ ਜਿਹੜੇ ਨਿਕਲੇ ਨੇ। ਹੁਣ ਕਬਾੜੀਏ ਨੇ ਤਾਂ ਤੋਲ ਕੇ ਲਿੱਤੇ ਹੋਏ ਨੇ, ਮੈਨੂੰ ਉਹਨੇ ਗਿਣ ਕੇ ਦਿੱਤੇ ਨੇ ਵੀ ਇੰਨੇ ਦਾ ਲੱਗੂਗਾ। ਮੇਰਾ ਸ਼ੌਕ ਹੈ, ਮੈਨੂੰ ਉਹ ਵੀ ਲੈਣੇ ਪਏ ਨੇ। ਕਿੰਨੀ ਕੀਮਤ ਚੁਕਾਣੀ ਪਈ ਫਿਰ ਤੁਹਾਨੂੰ? ਬਹੁਤ ਚੁਕਾਉਣੀ ਪਈ ਹੈ। ਕਈ ਇੱਕ ਕਾਰਡ ਮੈਨੂੰ 100 ਰੁਪਏ ਦਾ ਵੀ ਖਰੀਦਣਾ ਪਿਆ, 200 ਰੁਪਏ ਦਾ ਵੀ ਖਰੀਦਣਾ। ਜਿਹੜਾ ਉਸ ਸਮੇਂ ਪੈਸਿਆਂ ਵਿੱਚ ਹੁੰਦਾ ਸੀ, 1 ਪੈਸਾ 2 ਪੈਸੇ ਪੈਸੇ ਵਾਲਾ ਪੋਸਟ ਕਾਰਡ। ਗੱਲ ਕਰਾਂਗੇ ਅੱਜ ਤੋਂ 142 ਸਾਲ ਪਹਿਲਾਂ ਦੀ, ਜਦੋਂ ਇੰਡੀਆ ਵਿੱਚ ਸ਼ੁਰੂਆਤ ਹੋਈ ਸੀ ਪੋਸਟ ਕਾਰਡ ਦੀ। ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ, ਸ਼ਾਇਦ ਇਹ ਚੀਜ਼ਾਂ ਨੂੰ ਪਛਾਣ ਨਹੀਂ ਪਾਏਗੀ ਵੀ ਕੀ ਚੀਜ਼ ਹੈ। ਜੇ ਬਜ਼ੁਰਗਾਂ ਦੀ ਗੱਲ ਕਰੀਏ, ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਆਮ ਚੀਜ਼ਾਂ ਚਲਦੀਆਂ ਨੇ। ਤੇ ਦੂਸਰੇ ਪਾਸੇ ਅੱਜ ਵੀ ਜੇ ਸਰਕਾਰੀ ਕੰਮ ਦਾ ਜ਼ਿਕਰ ਕਰਨੇ ਆ ਤਾਂ ਅੱਜ ਵੀ ਪੋਸਟ ਕਾਰਡ ਉਹ ਚੱਲਦੇ ਨੇ। ਤੁਹਾਨੂੰ ਦਿਖਾਵਾਂਗੇ ਕਿ ਅੱਜ ਤੋਂ 142 ਸਾਲ ਪਹਿਲਾਂ ਕਿਹੜਾ ਇੰਡੀਆ ਦਾ ਪੋਸਟ ਕਾਰਡ ਆਇਆ ਸੀ। ਔਰ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤੇ 1947 ਦੇ ਵਿੱਚ ਕਿਹੜਾ ਪੋਸਟ ਕਾਰਡ ਆਇਆ ਸੀ ਉਸ ਉੱਪਰ ਵੀ ਚਾਨਣਾ ਪਾਵਾਂਗੇ। ਤੇ ਇੱਕ ਸ਼ਖਸ ਨੇ ਲਗਭਗ 142 ਸਾਲਾਂ ਤੋਂ ਭਾਰਤ ਵਿੱਚ ਜਿੰਨੇ ਵੀ ਪੋਸਟ ਕਾਰਡ ਚੱਲਦੇ ਆਏ ਨੇ ਸਾਰੇ ਹੀ ਕਲੈਕਟ ਕੀਤੇ ਹੋਏ ਨੇ। ਲਗਭਗ 20 ਸਾਲਾਂ ਤੋਂ ਇਹ ਵਿਅਕਤੀ ਪੋਸਟ ਕਾਰਡ ਕਲੈਕਟ ਕਰ ਰਿਹਾ। ਕਲੈਕਟ ਕਰਕੇ ਤਾਂ ਫਰੇਮ ਵਿੱਚ ਜੜਾ ਦਿੱਤਾ ਗਿਆ ਵੀ ਬੱਚੇ ਇਹਨੂੰ ਦੇਖਣ, ਇਹ ਬੱਚੇ ਦੇਖਣ। ਤੇ ਗੱਲ ਪੰਜਾਬ ਦੀ ਵੀ ਕਰਾਂਗੇ। ਪੰਜਾਬ ਵਿੱਚ ਵੀ ਜਿਹੜੇ ਪੋਸਟ ਕਾਰਡ ਚੱਲਦੇ ਸੀ ਉਸ ਸਮੇਂ, ਪਟਿਆਲਾ ਦਾ ਰਿਆਸਤ ਸੀ, ਨਾਭਾ ਰਿਆਸਤ ਸੀ, ਤੇ ਅਲੱਗ-ਅਲੱਗ ਕਿਲੇ ਵੀ ਬਣੇ ਹੋਏ ਸੀ। ਉਹ ਪੋਸਟ ਕਾਰਡ ਵੀ ਤੁਹਾਨੂੰ ਦਿਖਾਵਾਂਗੇ। ਤੇ ਇਫਤਿਖਾਰ ਹੁਸੈਨ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਹਿਸਟੋਰੀਅਨ ਨੇ, ਮਲੇਰਕੋਟਲਾ ਨੂੰ ਲੈ ਕੇ ਲਗਾਤਾਰ ਹੀ ਅਖਬਾਰਾਂ ਵਿੱਚ, ਮੈਗਜ਼ੀਨ ਰਾਹੀਂ ਆਪਣੀ ਗੱਲ ਰੱਖਦੇ ਨੇ, ਇਤਿਹਾਸ ਪੱਖੋਂ ਗੱਲ ਰੱਖਦੇ ਨੇ ਵੀ ਮਲੇਰਕੋਟਲੇ ਦਾ ਇਤਿਹਾਸ ਕੀ ਹੈ। ਤੇ ਅਸੀਂ ਮਲੇਰਕੋਟਲੇ ਵਿੱਚ ਮੌਜੂਦ ਹਾਂ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ, ਉਹ ਤੁਹਾਨੂੰ ਦਿਖਾਵਾਂਗੇ ਇੰਡੀਆ ਦਾ ਪਹਿਲਾ ਪੋਸਟ ਕਾਰਡ ਜੋ ਕਿ 142 ਸਾਲ ਪਹਿਲਾਂ ਚੱਲਿਆ ਸੀ, ਉਹ ਕਿਹੜਾ ਪੋਸਟ ਕਾਰਡ ਹੈ। ਇਤਿਹਾਸ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਧੰਨਵਾਦ ਜੀ। ਜਿਵੇਂ ਅੱਜ ਦੀ ਗੱਲ ਕਰੀਏ, ਸ਼ਾਇਦ ਅੱਜ ਦੀ ਜੋ ਪੀੜ੍ਹੀ ਹੈ ਉਹਨਾਂ ਨੂੰ ਤਾਂ ਸ਼ਾਇਦ ਬਹੁਤ ਘੱਟ ਪਤਾ ਹੋਊਗਾ, ਸਰਕਾਰੀ ਕੰਮ ਵਿੱਚ ਅੱਜ ਵੀ ਪੋਸਟ ਕਾਰਡ ਵਰਤੇ ਜਾਂਦੇ ਨੇ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਚੀਜ਼ਾਂ ਜੋੜਦੇ ਹੋਏ ਨੂੰ ਪੋਸਟ ਕਾਰਡ? ਕਿੰਨੇ ਲਗਭਗ ਤੁਸੀਂ ਪੋਸਟ ਕਾਰਡ ਜੋੜ ਲਏ ਨੇ? ਇਹ ਦਰਅਸਲ ਇਹ ਥੋੜ੍ਹਾ ਜਿਹਾ ਔਖਾ ਜਿਹਾ ਸਵਾਲ ਕਰ ਲਿਆ ਤੁਹਾਨੂੰ। ਮੈਨੂੰ ਘੱਟੋ ਘੱਟ ਪੋਸਟ ਕਾਰਡਾਂ ਦੀ ਕਲੈਕਸ਼ਨ ਕਰਦੇ ਨੂੰ ਲਗਭਗ 20 ਤੋਂ 25 ਸਾਲ ਹੋ ਗਏ ਜੀ। 20-25 ਸਾਲਾਂ ਦੇ ਵਿੱਚ ਮੈਨੇ ਕੰਪਲੀਟ ਕਲੈਕਸ਼ਨ ਕੀਤੀ ਹੈ। ਅੱਜ ਤੋਂ 142 ਸਾਲ ਪਹਿਲਾਂ ਜਿੱਦਾਂ ਤੁਸੀਂ ਦੱਸਿਆ 1879 ਦੇ ਵਿੱਚ ਪੋਸਟ ਕਾਰਡ ਪਹਿਲਾਂ ਚੱਲਿਆ ਸੀ ਇੰਡੀਆ 'ਚ। ਉਦੋਂ ਵਿਕਟੋਰੀਆ ਕੁਈਨ ਦਾ ਜ਼ਮਾਨਾ ਸੀਗਾ, ਜਿਹਨੂੰ ਮਲਕਾ ਵਿਕਟੋਰੀਆ ਕਹਿ ਦਿੰਦੇ ਨੇ। ਮਲਕਾ ਵਿਕਟੋਰੀਆ ਦਾ ਰਾਜ ਸੀਗਾ ਔਰ ਈਸਟ ਇੰਡੀਆ ਕੰਪਨੀ ਦੇ ਨਾਂ 'ਤੇ ਰਾਜ ਕਰਦੇ ਸੀ ਅੰਗਰੇਜ਼ ਇੰਡੀਆ 'ਚ। ਤੋਂ 1879 ਦੇ ਵਿੱਚ ਪਹਿਲਾ ਪੋਸਟ ਕਾਰਡ ਆਇਆ। ਸਾਡੇ ਨਾਲੋਂ 10 ਸਾਲ ਪਹਿਲਾਂ ਯਾਨੀ ਕਿ 1869 ਦੇ ਵਿੱਚ ਆਸਟ੍ਰੇਲੀਆ 'ਚ ਪੋਸਟ ਕਾਰਡ ਪਹਿਲੀ ਵਾਰ ਚੱਲਿਆ ਸੀ। ਵਰਲਡ ਦਾ ਪਹਿਲਾ ਪੋਸਟ ਕਾਰਡ ਹੈ ਜਿਹੜਾ ਉਹ 1869 ਦੇ ਵਿੱਚ ਆਸਟ੍ਰੇਲੀਆ 'ਚ ਚੱਲਿਆ ਸੀ। ਉਸ ਤੋਂ 10 ਸਾਲ ਬਾਅਦ ਸਾਡੇ ਇੰਡੀਆ 'ਚ ਪੋਸਟ ਕਾਰਡ ਚੱਲਿਆ। ਆਪਣੀ ਇੰਡੀਆ ਦੂਜੀ ਕੰਟਰੀ ਕਹਿ ਸਕਦੇ ਹਾਂ ਕਿ ਪੋਸਟ ਕਾਰਡ ਜਿਹਦੇ 'ਚ ਪਹਿਲਾਂ ਫਸਟ ਟਾਈਮ ਜਿਹੜਾ ਚੱਲਿਆ ਪੋਸਟ ਕਾਰਡ। ਹੁਣ ਜਿੰਨੀ ਗੱਲਬਾਤ ਹੋ ਸਕਦੀ ਹੈ ਜਾਂ ਜਿੰਨੀ ਕੋਈ ਚਰਚਾ ਕਰਾਂਗੇ ਇਹਨਾਂ ਚੀਜ਼ਾਂ 'ਤੇ ਥੋੜ੍ਹੀ ਆ। ਹੁਣ ਤੁਸੀਂ ਉਹ ਲੋਕਾਂ ਨੂੰ ਸਮਝਾਓ ਵੀ ਕਿਵੇਂ ਪੋਸਟ ਕਾਰਡ ਚੱਲੇ ਤੇ ਕਿਵੇਂ ਉਹ ਕਿਹੜੇ ਸਨ ਦੇ ਨੇ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਇੰਡੀਆ ਦਾ ਸਭ ਤੋਂ ਪਹਿਲਾ ਪੋਸਟ ਕਾਰਡ 142 ਸਾਲ ਪਹਿਲਾਂ ਚੱਲਿਆ ਸੀ, ਉਹ ਕਿਹੜਾ? 142 ਸਾਲ ਜਿਹੜਾ ਪਹਿਲਾਂ ਚੱਲਿਆ ਸੀਗਾ ਜੀ, ਉਹ ਪੋਸਟ ਕਾਰਡ ਹੈ। ਇਹਦੇ 'ਚ ਮੈਨੇ ਵਿਕਟੋਰੀਆ ਕੁਈਨ ਦੇ ਦੌਰ ਦੇ ਵਿੱਚ ਜਿੰਨੇ ਪੋਸਟ ਕਾਰਡ ਚੱਲੇ ਨੇ ਉਹ ਸਾਰੇ ਪੋਸਟ ਕਾਰਡ ਮੈਨੇ ਇਸ ਟਾਈਮ ਲਾਏ ਹੋਏ ਨੇ ਇਹਦੇ 'ਚ। 1879 ਦੇ ਵਿੱਚ ਜਿਹੜਾ ਫਸਟ ਪੋਸਟ ਕਾਰਡ ਚੱਲਿਆ ਉਹ ਆ ਹੈ ਜੀ। ਇਹ ਮੈਨੇ ਈਅਰ ਵਾਈਜ਼ ਲਾਏ ਨੇ। ਉਸ ਤੋਂ ਬਾਅਦ ਜਿਉਂ ਅੱਗੇ ਜਾਈ ਜਾਓਗੇ ਈਅਰ ਅੱਗੇ ਵਧੀ ਜਾਣਗੇ। ਇਹਨਾਂ ਦੀ ਕੈਂਸਲੇਸ਼ਨ 'ਤੇ ਈਅਰ ਪੜ੍ਹਿਆ ਜਾ ਸਕਦਾ, ਬਾਕਾਇਦਾ ਈਅਰ ਲਿਖਿਆ ਹੋਇਆ। ਔਰ ਫਸਟ ਇਸ਼ੂ ਲਿਖਿਆ ਮੈਨੇ 1879 ਤੋਂ ਲੈ ਕੇ ਤੇ 1903 ਤੱਕ ਦੇ ਇਹ ਪੋਸਟ ਕਾਰਡ ਇਹਦੇ 'ਚ ਲਾਏ ਨੇ। 1903 ਤੱਕ ਦੇ ਕਿਉਂ ਲਾਏ ਨੇ ਕਿ ਵਿਕਟੋਰੀਆ ਕੁਈਨ ਦਾ ਜਿਹੜਾ ਪੋਸਟ ਕਾਰਡ ਮਿਲਦਾ ਉਹ 1903 ਤੱਕ ਦਾ ਹੀ ਮਿਲਦਾ ਆਪਾਂ ਨੂੰ। ਵਿਕਟੋਰੀਆ ਕੁਈਨ ਦੀ ਜਿਹੜੀ ਡੈਥ ਹੈ 1901 'ਚ ਹੋ ਜਾਂਦੀ ਹੈ। ਉਸ ਤੋਂ 2 ਸਾਲ ਬਾਅਦ ਵੀ ਉਹਦੇ ਪੋਸਟ ਕਾਰਡ ਚੱਲਦੇ ਰਹੇ ਨੇ।
ਇਸ ਕਰਕੇ ਮੇਰੇ ਕੋਲ ਜਿਹੜੀ ਕੈਂਸਲੇਸ਼ਨ ਹੈ ਬਾਕਾਇਦਾ 1903 ਦੀ ਕੈਂਸਲੇਸ਼ਨ ਵੀ ਹੈ, ਤੁਸੀਂ ਪੜ੍ਹ ਸਕਦੇ ਹੋ। 1903 ਤੱਕ ਚੱਲਿਆ, ਮੈਨੇ ਜਿੱਥੇ ਤੱਕ ਮੈਨੂੰ ਮਿਲੇ ਨੇ ਮੈਨੇ ਉੱਥੇ ਤੱਕ ਇਹ ਪੋਸਟ ਕਾਰਡ ਲਾਏ ਨੇ। ਫਸਟ ਇਸ਼ੂ ਤੋਂ ਲੈ ਕੇ 1903 ਤੱਕ ਦੇ ਪੋਸਟ ਕਾਰਡ ਇਹਦੇ 'ਚ ਲੱਗੇ ਹੋਏ ਨੇ। ਇਸ ਤੋਂ ਬਾਅਦ ਫਿਰ ਜਿਹੜਾ ਦੌਰ ਆਉਂਦਾ ਐਡਵਰਡ 7 1901 ਤੋਂ ਲੈ ਕੇ 1910 ਤੱਕ ਦਾ ਰਾਜ ਹੈ ਜੀ। ਐਡਵਰਡ 7 ਦਾ ਤੁਸੀਂ ਦੇਖ ਸਕਦੇ ਹੋ। ਵਿਕਟੋਰੀਆ ਕੁਈਨ ਤੋਂ ਬਾਅਦ ਕਿੰਗ ਬਣਿਆ ਸੀਗਾ ਇਹ ਇੰਡੀਆ ਦਾ, ਬਰਤਾਨੀਆ ਦਾ, ਜਿੱਥੇ ਜਿੱਥੇ ਦਾ ਵੀ ਬਣਿਆ ਸੀਗਾ ਇਹ। ਤਾਂ ਇਹਦੇ 'ਚ ਮੈਂ 1903 ਤੋਂ ਲੈ ਕੇ 1913-14 ਤੱਕ ਇਹਦੇ ਪੋਸਟ ਕਾਰਡ ਮਿਲਦੇ ਆ ਜੀ। ਬਾਅਦ ਤੱਕ ਚੱਲਦੇ ਰਹੇ ਆ ਕਿਉਂਕਿ ਜਿਹੜੇ ਛਪ ਜਾਂਦੇ ਨੇ ਉਹ ਤਾਂ ਆਣੇ ਹੀ ਆਣੇ ਆ। ਇਸ ਕਰਕੇ ਮੈਨੇ 13-14 ਤੱਕ ਹੀ ਇਹਦੀ ਸਾਰੀ ਕਲੈਕਸ਼ਨ ਉੱਥੇ ਦਿਖਾਈ ਹੋਈ ਹੈ। ਇੱਕ ਚੀਜ਼ ਹੋਰ ਵੱਡੀ ਜਿਹੜੀ ਮੈਂ ਦੱਸ ਦੇਵਾਂ, ਉਸ ਟਾਈਮ ਦੇ ਪੋਸਟ ਕਾਰਡ ਦਾ ਸਾਈਜ਼ 'ਤੇ ਨਿਗਾਹ ਮਾਰੋ, ਛੋਟਾ ਸੀਗਾ ਪੋਸਟ ਕਾਰਡ। ਇਹ ਐਡਵਰਡ 7 ਦੇ ਦੌਰ ਦੇ ਵਿੱਚ ਹੀ ਵੱਡਾ ਆ ਗਿਆ ਪੋਸਟ ਕਾਰਡ। ਫਿਰ ਜਿਹੜਾ ਅੱਜ ਅਸੀਂ ਸਾਈਜ਼ ਦੇਖ ਰਹੇ ਹਾਂ ਉਹ ਐਡਵਰਡ 7 ਦੇ ਦੌਰ 'ਚ ਆਇਆ। ਜਿਹੜਾ ਫਸਟ ਇਸ਼ੂ ਚੱਲਿਆ ਉਹ ਸਾਈਜ਼ ਛੋਟਾ ਹੈ, ਉਹ ਦੇਖੋ ਤੁਸੀਂ, ਉਹ ਛੋਟੇ ਸਾਈਜ਼ ਦੇ ਨੇ। ਉਸ ਤੋਂ ਬਾਅਦ ਐਡਵਰਡ 7 ਦੇ ਵੀ ਛੋਟੇ ਸਾਈਜ਼ ਦੇ ਆਏ। ਐਡਵਰਡ 7 ਦੇ ਦੌਰ 'ਚ ਹੀ ਵੱਡੇ ਸਾਈਜ਼ ਦਾ ਹੋ ਗਿਆ। ਅੱਛਾ, ਕਿੰਨੀ ਕੀਮਤ ਹੁੰਦੀ ਸੀ ਜੇ ਆਪਾਂ ਗੱਲ ਕਰੀਏ ਪਹਿਲਾ ਪੋਸਟ ਕਾਰਡ ਚੱਲਿਆ ਜਦੋਂ ਇੰਡੀਆ ਦਾ, ਉਸ ਦੀ ਕੀਮਤ ਕਿੰਨੀ ਸੀ? ਫਸਟ ਇਸ਼ੂ ਸੀ ਜਿਹੜਾ ਅੱਜ ਤੋਂ 142 ਸਾਲ ਪਹਿਲਾਂ ਚੱਲਿਆ, ਜਿਹੜਾ ਉਸ ਦੀ ਕੀਮਤ ਰੱਖੀ ਸੀ 1 ਕੁਆਟਰ ਆਨਾ। ਇਟ ਮੀਨਸ 1 ਪੈਸਾ। ਉਹ ਆਨਾ 4 ਪੈਸਿਆਂ ਦਾ ਹੁੰਦਾ ਸੀਗਾ। ਰੁਪਈਆ 16 ਆਨੇ 64 ਪੈਸੇ। 64 ਪੈਸੇ ਦਾ ਉਸ ਟਾਈਮ 1 ਰੁਪਈਆ ਸੀਗਾ। 100 ਪੈਸੇ ਦਾ ਬਹੁਤ ਬਾਅਦ 'ਚ ਬਣਿਆ। 1 ਪੈਸਾ ਇਹਦੀ ਕੀਮਤ ਰੱਖੀ ਸੀ। ਵਿਕਟੋਰੀਆ ਕੁਈਨ ਦੀ ਇਹਦੇ 'ਤੇ ਫੋਟੋ ਛਾਪੀ ਗਈ ਸੀ ਉਸ ਟਾਈਮ। 1 ਕੁਆਟਰ ਆਨਾ ਇਹਦੇ ਉੱਪਰ ਲਿਖਿਆ ਗਿਆ ਸੀਗਾ ਕਿਉਂਕਿ 1 ਆਨੇ ਦੇ ਵਿੱਚ 4 ਪੈਸੇ ਹੁੰਦੇ ਨੇ। 1 ਪੈਸਾ ਇਹਦੀ ਕੀਮਤ ਰੱਖੀ, ਇਸ ਕਰਕੇ ਕੁਆਟਰ ਆਨਾ ਇਸ ਦੀ ਕੀਮਤ ਰੱਖੀ। ਤਾਂ ਵਿਕਟੋਰੀਆ ਕੁਈਨ ਦੇ ਦੌਰ 'ਚ ਕੀਮਤ ਨਹੀਂ ਵਧੀ, ਕੁਆਟਰ ਆਨਾ ਹੀ ਚੱਲਦੀ ਰਹੀ। ਐਡਵਰਡ 7 ਦੇ ਟਾਈਮ 'ਚ ਵੀ ਕੁਆਟਰ ਆਨਾ ਚੱਲੀ। ਐਡਵਰਡ 7 ਦੇ ਦੌਰ ਦੇ ਵਿੱਚ ਲਾਸਟ ਆ ਕੇ ਇਹਦੀ ਕੀਮਤ ਵਧੀ, ਫਿਰ ਇਹਦੀ ਕੀਮਤ 2 ਪੈਸੇ ਹੋ ਗਈ, ਯਾਨੀ ਕਿ ਹਾਫ ਆਨਾ ਜਿਹਨੂੰ ਕਹਿ ਦਈਏ। ਅਤੇ ਇੱਦਾਂ ਕੀਮਤ ਜਿਉਂ ਵੱਧਦੀ ਗਈ ਉਹ ਪੋਸਟ ਕਾਰਡ 'ਤੇ ਬਾਕਾਇਦਾ ਉਹ ਕੀਮਤ ਛਾਪਦੇ ਰਹੇ। ਔਰ ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜੀ, ਇਹ ਜਿਹੜਾ ਗੌਰ ਕਰੋਗੇ ਇਹਦੇ 'ਤੇ ਲਿਖਿਆ ਹੈ ਫਸਟ ਇਸ਼ੂ 'ਤੇ ਈਸਟ ਇੰਡੀਆ ਪੋਸਟ ਕਾਰਡ। ਜਿਹੜਾ ਜ਼ੂਮ ਕਰਕੇ ਦਿਖਾਓ, ਈਸਟ ਇੰਡੀਆ ਪੋਸਟ ਕਾਰਡ। ਫਿਰ ਇਹਨਾਂ ਨੇ 1858 ਦੇ ਵਿੱਚ ਜਦੋਂ ਮੁਕੰਮਲ ਆਜ਼ਾਦੀ ਮਿਲ ਗਈ ਸੀ, ਉਸ ਤੋਂ ਬਾਅਦ ਈਸਟ ਇੰਡੀਆ ਦੇ ਬਦਲੇ ਬ੍ਰਿਟਿਸ਼ ਇੰਡੀਆ ਨਾਮ ਰੱਖਤਾ ਸੀਗਾ ਇਹਨਾਂ ਨੇ। ਬ੍ਰਿਟਿਸ਼ ਇੰਡੀਆ, ਅੰਗਰੇਜ਼ਾਂ ਨੇ ਈਸਟ ਇੰਡੀਆ ਚੱਕਤਾ ਸੀਗਾ। ਜਦੋਂ ਮੁਕੰਮਲ ਇੰਡੀਆ 'ਤੇ ਕਬਜ਼ਾ ਹੋ ਗਿਆ ਇਹਨਾਂ ਦਾ, ਉਸ ਟਾਈਮ ਇਹਨਾਂ ਨੇ ਬ੍ਰਿਟਿਸ਼ ਇੰਡੀਆ ਰੱਖਿਆ। ਅਤੇ ਅਗਲੇ ਜਿਹੜੇ ਪੋਸਟ ਕਾਰਡ ਮੈਂ ਤੁਹਾਨੂੰ ਦਿਖਾਉਣਾ ਚਾਹਣਾ, ਉਹਨਾਂ ਦੇ ਤਾਂ ਈਸਟ ਇੰਡੀਆ ਲਿਖਿਆ ਹੋਇਆ ਪੋਸਟ ਕਾਰਡ, ਇਹਦੇ 'ਤੇ ਇੰਡੀਆ ਪੋਸਟ ਕਾਰਡ ਲਿਖਿਆ ਹੋਇਆ। ਬਦਲ ਦਿੱਤਾ ਗਿਆ, ਉਸ ਤੋਂ ਬਦਲ ਦਿੱਤਾ ਗਿਆ, ਇੰਡੀਆ ਪੋਸਟ ਕਾਰਡ ਹੋ ਗਿਆ। ਫਿਰ ਇਹ ਜਾਰਜ 7 ਦੇ ਜ਼ਮਾਨੇ 'ਚ ਹੋਇਆ, ਯਾਨੀ ਐਡਵਰਡ 7 ਦੇ ਜ਼ਮਾਨੇ 'ਚ। ਇਸ ਤੋਂ ਬਾਅਦ ਫਿਰ ਆ ਗਏ ਜੀ ਜਾਰਜ 5, ਜਿਹਨੂੰ 5ਵਾਂ ਕਹਿੰਦੇ ਨੇ। ਜਾਰਜ 5ਵੇਂ ਦੇ ਪੋਸਟ ਕਾਰਡ ਜਿਹੜੇ ਆਏ। ਜਾਰਜ 5ਵਾਂ ਜਿਹੜਾ 1911 'ਚ ਇਹ ਕਿੰਗ ਬਣਿਆ ਔਰ 1937 ਤੱਕ ਚੱਲਿਆ ਇਹ ਉਹ ਟੋਟਲ ਕਲੈਕਸ਼ਨ। ਔਰ ਇਹਦੇ ਵਿੱਚ ਕਿਹੜੇ ਕਿਹੜੇ ਪੋਸਟ ਕਾਰਡ ਆਏ, ਕਿੰਨੀ ਕਿੰਨੀ ਕੀਮਤ ਦੇ ਆਏ, ਉਹਦੇ ਉੱਪਰ ਉਹਦੀਆਂ ਫੋਟੋਆਂ ਬਦਲੀਆਂ ਗਈਆਂ। ਕਿਤੇ ਐਗ ਸ਼ੇਪ ਦੇ ਵਿੱਚ, ਕਿਤੇ ਨੀਲੇ ਅਸਮਾਨੀ ਰੰਗ 'ਚ ਛਾਪੀ, ਕਿਤੇ ਕਾਲੇ ਰੰਗ 'ਚ ਫੋਟੋ ਛਪੀ ਹੋਈ ਹੈ। ਪ੍ਰਿੰਟਿੰਗ ਜਿਸ ਰੰਗ 'ਚ ਅੱਗੇ ਆ ਕੇ ਫਿਰ ਗ੍ਰੀਨ ਰੰਗ 'ਚ ਹੋ ਗਈ, ਗ੍ਰੀਨ ਤੋਂ ਬਾਅਦ ਫਿਰ ਡਾਰਕ ਗ੍ਰੀਨ ਹੋ ਗਈ। ਮਤਲਬ ਜਿਉਂ ਬਦਲੀ ਗਿਆ ਉਸ ਹਿਸਾਬ ਨਾਲ ਮੈਨੇ ਹਰ ਵੈਰਾਈਟੀ ਦਾ ਪੋਸਟ ਕਾਰਡ ਇਹਦੇ 'ਚ ਲਾਇਆ ਹੋਇਆ ਹੈ ਔਰ ਹਰ ਕੀਮਤ ਦਾ ਲਾਇਆ ਹੋਇਆ ਹੈ। ਔਰ ਪੋਸਟ ਕਾਰਡ 'ਤੇ ਕੀ ਛਪਦਾ ਰਿਹਾ ਉਹ ਸਾਰਾ ਕੁਝ ਮੈਨੇ ਦਰਸਾਇਆ ਹੋਇਆ ਇਹਦੇ 'ਚ। ਹੁਣ ਪੋਸਟ ਕਾਰਡ ਦੀ ਕਲੈਕਸ਼ਨ ਤੁਸੀਂ ਕੀਤੀ ਹੈ, ਤੁਸੀਂ ਕਹਿੰਦੇ ਹੋ ਵੀ 20 ਤੋਂ 25 ਸਾਲ ਤੁਹਾਨੂੰ ਲੱਗ ਗਏ ਜੀ। ਜੇ ਟੋਟਲ ਕਿੰਨੇ ਕੁ ਪੋਸਟ ਕਾਰਡ ਹੋਣਗੇ ਜਿਨ੍ਹਾਂ ਤੁਸੀਂ ਕਲੈਕਸ਼ਨ ਕੀਤੀ ਹੋਈ ਹੈ? ਇਹ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਜੀ। ਹੁਣੀ ਤੁਸੀਂ ਦੇਖ ਲਿਓ, ਇਹ 25 ਫਰੇਮ ਨੇ ਇੱਦਾਂ ਦੇ, ਔਰ ਇੱਕ ਫਰੇਮ 'ਤੇ ਕਿੰਨੇ ਲੱਗੇ ਹੋਏ ਨੇ ਉਹਨਾਂ ਦੀ ਹਿਸਾਬ ਲਾ ਲਓ ਤੁਸੀਂ। ਗਿਣਤੀ ਮੈਂ ਕਦੇ ਕਰੀ ਨਹੀਂ, ਮੈਂ ਰਿਕਾਰਡ ਇਹ ਦੇਖਣ ਦੇ ਵੀ ਕਿਹੜਾ ਪੋਸਟ ਕਾਰਡ ਚੱਲਿਆ ਮੇਰੇ ਜ਼ਿਹਨ 'ਚ। ਉਹ ਗੱਲ ਸੀਗੀ ਵੀ ਮੈਂ ਹਰ ਤਰ੍ਹਾਂ ਦਾ ਪੋਸਟ ਕਾਰਡ ਆਪਣੀ ਕਲੈਕਸ਼ਨ ਦੇ ਵਿੱਚ ਰੱਖ ਸਕਾਂ। ਅੱਛਾ, ਮੈਂ ਹੁਣ ਕਰਾਂਗਾ ਪੰਜਾਬ ਦੇ ਸਟੇਟ ਦੀ ਗੱਲ, ਪਟਿਆਲਾ ਵਾਲੇ ਵੀ ਤੁਹਾਡੇ ਕੋਲ ਹੈਗੇ ਨੇ? ਪਟਿਆਲਾ ਵਾਲੇ ਵੀ ਹੈਗੇ, ਨਾਭੇ ਵਾਲੇ ਵੀ ਹੈਗੇ ਜੀ। ਪਟਿਆਲਾ ਵਾਲੇ ਜੇ ਆਪਾਂ ਦੇਖਨੇ ਹੁਣ, ਹਾਂ ਆ ਜਾਓ। ਜਿਵੇਂ ਦਰਸ਼ਕ ਦੇਖ ਸਕਦੇ ਨੇ, ਇਹ ਵੀ ਕਲੈਕਸ਼ਨ ਕੀਤੀ ਹੋਈ ਹੈ। ਤੁਹਾਨੂੰ ਪਟਿਆਲੇ ਤੇ ਨਾਭੇ ਦੇ ਪੋਸਟ ਕਾਰਡ ਦਿਖਾਣੇ ਜੋ ਉਸ ਸਮੇਂ ਚੱਲਦੇ ਹੁੰਦੇ ਸੀ। ਪਟਿਆਲਾ ਵਾਲੇ ਕਿਹੜੇ ਪੋਸਟ ਕਾਰਡ ਨੇ ਇਹਦੇ ਵਿੱਚ?
ਦੇਖੋ ਜੀ, ਪਟਿਆਲਾ ਸਟੇਟ ਪੋਸਟ ਕਾਰਡ ਬ੍ਰਿਟਿਸ਼ ਇੰਡੀਆ, ਉਸ ਟਾਈਮ ਬ੍ਰਿਟਿਸ਼ ਇੰਡੀਆ ਦੇ ਦੌਰ 'ਚ ਜਿਹੜੇ ਚੱਲੇ ਨੇ। ਇਹਦੇ 'ਚ ਤੁਸੀਂ ਬਾਕਾਇਦਾ ਪਟਿਆਲਾ ਸਟੇਟ ਦਾ ਇਨਸਿਗਨੀਆ, ਜਿਹਨੂੰ ਕੋਟ ਆਫ ਆਰਮ ਲੋਗੋ ਕਿਹਾ ਜਾਂਦਾ ਹੈ, ਪਟਿਆਲਾ ਸਟੇਟ, ਔਰ ਇਹਦੇ ਉੱਪਰ ਲਿਖਿਆ ਹੋਇਆ ਹੈ ਪਟਿਆਲਾ ਸਟੇਟ ਬਾਕਾਇਦਾ। ਇਹ ਦੇਖੋ ਐਡਵਰਡ ਦਾ ਵੀ ਹੈਗਾ, ਐਡਵਰਡ ਤੋਂ ਬਾਅਦ ਜਾਰਜ ਦੇ ਵੀ ਹੈਗੇ, ਜਾਰਜ 5 ਦੇ ਵੀ ਹੈਗੇ, ਜਾਰਜ 6 ਦੇ ਵੀ ਹੈਗੇ। ਮਤਲਬ ਜਿਹੜੇ ਵੀ ਪੋਸਟ ਕਾਰਡ ਪਟਿਆਲਾ ਸਟੇਟ ਨੇ ਚਲਾਏ, ਪਟਿਆਲਾ ਸਟੇਟ ਨੂੰ ਆਪਣਾ ਪੋਸਟ ਕਾਰਡ ਚਲਾ ਕੇ ਛਾਪਣ ਦੀ ਆਗਿਆ ਨਹੀਂ ਸੀਗੀ ਅੰਗਰੇਜ਼ਾਂ ਵੱਲੋਂ। ਕਿਉਂ ਉਹ ਛਾਪਦੇ ਅਲੱਗ ਸਟੇਟ ਹੋਣ ਕਰਕੇ, ਕਿ ਉਹਨਾਂ ਵਿੱਚ ਕੋਈ ਅੰਗਰੇਜ਼ਾਂ ਨੇ ਕੀਤਾ ਹੈ ਅਸੀਂ ਵੀ ਅਸੀਂ ਛਾਪਣੇ ਨੇ? ਅੰਗਰੇਜ਼ਾਂ ਦਾ ਇਹ ਹੁੰਦਾ ਸੀਗਾ ਕਿ ਤੁਸੀਂ ਆਪਣੇ ਨਾਮ ਦਾ ਓਵਰ ਪ੍ਰਿੰਟ ਉਹਦੇ 'ਤੇ ਸਟੇਟ ਦਾ ਨਾਮ ਲਿਖਾ ਸਕਦੇ ਹੋ, ਆਪਣਾ ਇਨਸਿਗਨੀਆ। ਪੋਸਟ ਕਾਰਡ ਜਿਹੜਾ ਉਹ ਅੰਗਰੇਜ਼ ਵਾਲਾ ਹੀ ਹੋਏਗਾ। ਅੰਗਰੇਜ਼ ਤੋਂ ਪੋਸਟ ਕਾਰਡ ਜਿਹੜਾ ਆਰਡਰ ਦਿਓ, ਉਹ ਤੁਹਾਡੀ ਸਟੇਟ ਦਾ ਉੱਪਰ ਓਵਰ ਪ੍ਰਿੰਟ ਔਰ ਤੁਹਾਡਾ ਇਨਸਿਗਨੀਆ ਲਾ ਕੇ ਤੁਹਾਨੂੰ ਦਿੱਤੇ ਜਾਣਗੇ। ਪ੍ਰਿੰਟਿੰਗ ਉਹ ਕਰਨਗੇ? ਪ੍ਰਿੰਟਿੰਗ ਉਹ ਕਰਨਗੇ। ਉਹਦੇ ਨਾਲ ਇਹ ਹੈ ਵੀ ਰੈਵਨਿਊ ਦਾ ਜੋ ਫਰਕ ਨਾ ਪਵੇ। ਅੰਗਰੇਜ਼ ਜਿਹੜੇ ਸੀਗੇ ਉਹ ਆਪਣੇ ਅੰਡਰ ਰੱਖਣਾ ਚਾਹੁੰਦੇ ਸੀਗੇ। ਇਹੀ ਨਹੀਂ ਹੈ, ਕੁਝ ਰਾਜੇ ਜਿਹੜੇ ਉਹਨਾਂ ਦੇ ਬਹੁਤ ਨੇੜੇ ਸੀਗੇ, ਜਿਵੇਂ ਕਹਿ ਦਈਏ ਅੰਗਰੇਜ਼ਾਂ ਦੇ ਵੱਧ ਵਫਾਦਾਰ ਸੀਗੇ, ਉਹਨਾਂ ਨੂੰ ਉਹਨਾਂ ਨੇ ਆਪਣੇ ਪੋਸਟ ਕਾਰਡ ਛਾਪਣ ਦੀ ਵੀ ਇਜਾਜ਼ਤ ਦਿੱਤੀ। ਪਟਿਆਲੇ ਨੂੰ ਇਜਾਜ਼ਤ ਨਹੀਂ ਸੀ? ਪਟਿਆਲੇ ਨੂੰ, ਮਲੇਰਕੋਟਲੇ ਨੂੰ, ਨਾਭੇ ਨੂੰ, ਫਰੀਦਕੋਟ ਨੂੰ, ਚੰਬੇ ਨੂੰ, ਪੰਜਾਬ ਦੀਆਂ ਜਿਹੜੀਆਂ ਸਟੇਟਾਂ ਨੇ, ਪੰਜਾਬ ਦੀ ਕਿਸੇ ਸਟੇਟ ਨੂੰ, ਨਾਭਾ ਆ ਗਿਆ, ਜੀਂਦ ਆ ਗਿਆ, ਕਿਸੇ ਸਟੇਟ ਨੂੰ ਆਪਣਾ ਪੋਸਟ ਕਾਰਡ ਛਾਪਣ ਦੀ ਇਜਾਜ਼ਤ ਨਹੀਂ ਸੀ। ਅੰਗਰੇਜ਼ਾਂ ਦੇ ਪੋਸਟ ਕਾਰਡ ਦੇ ਉੱਪਰ ਹੀ ਓਵਰ ਪ੍ਰਿੰਟ ਕੀਤਾ ਜਾਂਦਾ ਸੀਗਾ। ਪੋਸਟ ਕਾਰਡ ਅੰਗਰੇਜ਼ ਦਾ ਹੁੰਦਾ ਸੀ, ਓਵਰ ਪ੍ਰਿੰਟ ਸਟੇਟ ਦਾ ਨਾਮ ਲਿਖਿਆ ਜਾਂਦਾ ਸੀ। ਕਿਹੜੇ ਸਨ ਤੋਂ ਪਹਿਲਾ ਕਾਰਡ ਪੋਸਟ ਕਾਰਡ ਜੋ ਪਟਿਆਲਾ ਵਿੱਚ ਛਾਪਿਆ ਗਿਆ ਸੀ, ਜਾਂ ਕਦੋਂ ਆਇਆ ਸੀ ਪਟਿਆਲੇ ਦਾ ਪਹਿਲਾ ਪੋਸਟ ਕਾਰਡ? ਪਟਿਆਲੇ ਦਾ ਮਹਾਰਾਣੀ ਵਿਕਟੋਰੀਆ ਦੇ ਦੌਰ 'ਚ ਹੀ ਆ ਗਿਆ ਸੀਗਾ, ਕਿਉਂਕਿ ਸਟੇਟਾਂ ਨੇ ਫਿਰ ਡਿਮਾਂਡ ਕੀਤੀ ਨਾ ਕਿ ਅਸੀਂ ਵੀ ਹਕੂਮਤ ਕਰਦੇ ਹਾਂ, ਤੁਹਾਡਾ ਪੂਰੇ ਭਾਰਤ 'ਤੇ ਕਬਜ਼ਾ ਤਾਂ ਸਾਡਾ ਆਪਣੀ ਸਟੇਟ 'ਤੇ ਤਾਂ ਹੈਗਾ ਨਾ, ਵੀ ਸਾਨੂੰ ਵੀ ਇਜਾਜ਼ਤ ਦਿੱਤੀ ਜਾਵੇ ਵੀ ਸਾਡੀ ਸਟੇਟ ਦਾ ਵੀ ਪੋਸਟ ਕਾਰਡ ਹੋਣਾ ਚਾਹੀਦਾ। ਇਸ ਕਰਕੇ ਵਿਕਟੋਰੀਆ ਕੁਈਨ ਦੇ ਦੌਰ 'ਚ ਹੀ ਇਹ ਪਟਿਆਲਾ ਸਟੇਟ ਦੇ ਪੋਸਟ ਕਾਰਡ ਆ ਗਏ ਸੀ। ਸਬੂਤ ਦੇ ਤੌਰ 'ਤੇ ਮੈਂ ਤੁਹਾਨੂੰ ਦਿਖਾ ਸਕਦਾ। ਦੇਖੋ, ਇੱਕ ਵੱਡੀ ਗੱਲ ਹੈ ਉਹਦੇ 'ਚ ਜਿਹੜੀ ਦਿਖਾਉਣ ਵਾਲੀ ਹੈ, ਜਿਹੜਾ ਕੈਮਰਾਮੈਨ ਨੂੰ ਕਹਾਂਗਾ ਮੈਂ ਨੇੜੇ ਆ ਕੇ ਦੇਖੇ ਜਰਾ ਕਿ ਇਹ ਵਿਕਟੋਰੀਆ ਦੇ ਦੌਰ ਦਾ ਜੀ ਪੋਸਟ ਕਾਰਡ, ਵਿਕਟੋਰੀਆ ਕੁਈਨ ਦਾ, ਪਟਿਆਲਾ ਸਟੇਟ। ਪਟਿਆਲਾ ਦੇ ਸਪੈਲਿੰਗ ਉਸ ਟਾਈਮ ਮਿਸ ਹੋਏ ਨੇ। ਇਹ ਉਹਦੇ ਉੱਪਰ ਇੱਦਾਂ, ਇਹਦੇ ਉੱਪਰ ਮੋਹਰ 'ਤੇ ਇੱਦਾਂ ਲੱਗੇ ਹੋਏ ਨੇ। ਇਹ ਐਰਰ ਹੈ ਬਹੁਤ ਵੱਡਾ। ਪਟਿਆਲਾ, ਇਹ ਮੋਹਰ 'ਤੇ ਤੁਸੀਂ ਪੜ੍ਹ ਸਕਦੇ ਹੋ ਬਾਕਾਇਦਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਠੀਕ ਹੈ ਨਹੀਂ ਜੀ? ਇਸ ਕਰਕੇ ਮੈਨੇ ਇਹ ਪੋਸਟ ਕਾਰਡ ਤਿੰਨੇ ਅਲੱਗ ਲਾਏ ਨੇ ਵੀ ਪਤਾ ਲੱਗੇ ਪਟਿਆਲਾ ਸਟੇਟ ਦਾ। ਐਰਰ ਉਸ ਟਾਈਮ ਵੀ ਮਿਲਦੇ ਸੀਗੇ, ਗਲਤੀਆਂ ਉਸ ਟਾਈਮ ਵੀ ਹੁੰਦੀਆਂ ਸੀਗੀਆਂ। ਇਹ ਵਿਕਟੋਰੀਆ ਕੁਈਨ ਦੇ ਦੌਰ ਦੇ ਵਿੱਚ ਹੀ ਪਟਿਆਲਾ ਸਟੇਟ ਦੇ ਪੋਸਟ ਕਾਰਡ ਆ ਗਏ ਸੀਗੇ, ਆਪਣੇ ਅਲੱਗ ਤੋਂ ਆ ਗਏ ਸੀਗੇ। ਅਤੇ ਮਤਲਬ ਕਹਿਣ ਦਾ ਇਹ ਹੈ ਵੀ ਇਹ 2 ਪੋਸਟ ਕਾਰਡ ਲਾਏ ਨੇ, ਇੱਕ ਇਨਵੈਲਪ ਲਾਇਆ, ਇਹ ਵੀ ਮਹਾਰਾਣੀ ਵਿਕਟੋਰੀਆ ਦਾ। ਯਾਨੀ ਕਿ ਪਟਿਆਲਾ ਸਟੇਟ ਨੂੰ ਘੱਟ ਨਾ ਸਮਝੋ ਵੀ ਮਹਾਰਾਣਾ ਵਿਕਟੋਰੀਆ ਦਾ ਜਦੋਂ ਪੋਸਟ ਕਾਰਡ ਚੱਲਿਆ ਤਾਂ ਪਟਿਆਲਾ ਸਟੇਟ ਦਾ ਵੀ ਪੋਸਟ ਕਾਰਡ, ਚਾਹੇ ਭਾਵੇਂ ਉਹਦਾ ਆਪਣਾ ਨਹੀਂ ਤਾਂ ਅੰਗਰੇਜ਼ਾਂ ਦੇ ਪੋਸਟ ਕਾਰਡ 'ਤੇ ਹੀ ਉਹਨਾਂ ਨੇ ਓਵਰ ਪ੍ਰਿੰਟ ਕਰਾਇਆ ਸੀ, ਮਗਰ ਆ ਗਿਆ ਸੀ ਉਸ ਦੌਰ ਦੇ ਵਿੱਚ ਹੀ, ਉਸ ਟਾਈਮ ਦਾ ਹੀ ਸੀਗਾ ਇਹ ਪੋਸਟ ਕਾਰਡ। ਇਸ ਕਰਕੇ ਅਲੱਗ ਰੱਖੇ ਨੇ। ਇਹ ਤਿੰਨਾਂ ਦੇ ਉੱਪਰ ਜਿਹੜੀ ਮੋਹਰ ਹੈ, ਆ ਦੇਖੋ ਲਾਲ ਰੰਗ 'ਚ ਲੱਗੀ ਹੋਈ ਹੈ, ਇਹ ਕਾਲੇ 'ਚ ਲੱਗੀ ਹੋਈ ਹੈ, ਇਹ ਕਾਲੇ 'ਚ ਲੱਗੀ ਹੋਈ ਹੈ। ਤਿੰਨਾਂ ਦੇ ਸਪੈਲਿੰਗ ਜਿਹੜੇ ਨੇ ਉਹ ਆਹ ਸਪੈਲਿੰਗ ਨੇ, ਜਦ ਕਿ ਪਟਿਆਲਾ ਆਹ ਸਪੈਲਿੰਗ ਹੈ। ਮਿਸਟੇਕ ਹੋ ਗਈ ਸੀ ਇੱਥੇ? ਮਿਸਟੇਕ ਹੋ ਗਈ ਸੀਗੀ, ਔਰ ਸਾਡੀਆਂ ਅੱਖਾਂ ਨੇ ਉਹ ਮਿਸਟੇਕ ਵੀ ਫੜ ਲਈ, ਔਰ ਉਹਨਾਂ ਨੂੰ ਬਾਕਾਇਦਾ ਮੈਨੇ ਅਲੱਗ ਕਰਕੇ ਲਾਇਆ ਹੋਇਆ ਦਿਖਾਉਣ ਵਾਸਤੇ। ਜਿਹੜੇ ਉਸ ਸਮੇਂ ਰਾਜੇ ਸੀ ਉਹਨਾਂ ਨੇ ਫਿਰ ਮਿਸਟੇਕ ਨੂੰ ਜੇ ਇਤਿਹਾਸ ਕਿਤੇ ਮਿਲਦਾ ਹੋਈ ਤੇ ਗੱਲ ਰੱਖੀ ਸੀ? ਨਹੀਂ, ਕਿਤੇ ਨਹੀਂ ਮਿਲਦਾ। ਉਹਨਾਂ ਨੂੰ ਤਾਂ ਪੋਸਟ ਕਾਰਡ ਉਹਨਾਂ ਨੇ ਤਾਂ ਆਰਡਰ ਕਰਤਾ, ਬਹੁਤਾ ਕਰਨਗੇ ਇੱਕ ਅੱਧਾ ਪੋਸਟ ਕਾਰਡ ਉਹਨਾਂ ਕੋਲੇ ਸੈਂਪਲ ਦੇ ਤੌਰ ਤੇ ਦਿਖਾਉਣ ਨੂੰ ਭੇਜ ਦਿੱਤਾ ਜਾਊਗਾ। ਹੁਣ ਰਾਜੇ ਮਹਾਰਾਜਾ ਤੁਹਾਨੂੰ ਪਤਾ, ਦੇਖਿਆ ਦੇਖ ਕੇ ਖੁਸ਼ ਹੋ ਗਏ, ਠੀਕ ਹੈ ਜੀ, ਠੀਕ ਹੈ ਜੀ। ਗਲਤੀ ਨਹੀਂ ਲੱਭੀ ਉਹਨਾਂ ਨੇ? ਨਹੀਂ, ਗਲਤੀ ਸਾਨੇ ਲੱਭੀ ਹੈ। ਅੱਛਾ, ਨਾਭਾ ਸਟੇਟ ਦੀ ਗੱਲ ਕਰੀਏ, ਤੁਹਾਡੇ ਕੋਲ ਨਾਭਾ ਸਟੇਟ ਦੇ ਵੀ ਪੋਸਟ ਕਾਰਡ ਨੇ। ਨਾਭਾ ਵੀ ਇੱਕ ਅਲੱਗ ਹੁੰਦਾ ਸੀ, ਉਦੋਂ ਵਿਰਾਸਤ ਸੀ ਅਲੱਗ। ਜਿੱਦਾਂ ਤੁਹਾਨੂੰ ਮੈंने ਪਟਿਆਲਾ ਸਟੇਟ ਦਾ ਦਿਖਾਇਆ ਲੋਗੋ, ਉੱਦਾਂ ਨਾਭੇ ਦਾ ਦੇਖੋ ਤੁਸੀਂ ਕਿੰਨਾ ਖੂਬਸੂਰਤ ਬਣਿਆ ਹੋਇਆ ਹੈ। ਪਟਿਆਲਾ ਦਾ ਵੀ ਦਿਖਾਇਆ ਤੁਹਾਨੂੰ, ਨਾਭੇ ਦਾ ਵੀ ਦੇਖੋ, ਔਰ ਨਾਭੇ ਦਾ ਵੀ ਹਰ ਦੌਰ ਦਾ ਦੇਖੋ, ਐਡਵਰਡ ਦਾ, ਜਾਰਜ 6, ਜਾਰਜ 5,
ਸਾਰਿਆਂ ਦੇ ਪੋਸਟ ਕਾਰਡ ਲਾਏ ਹੋਏ ਨੇ, ਅਲੱਗ-ਅਲੱਗ ਲਾਏ ਹੋਏ ਨੇ। ਅੱਛਾ, ਜਿਵੇਂ ਰਿਆਸਤਾਂ ਵੰਡੀਆਂ ਹੋਈਆਂ ਸੀ, ਸਭ ਦੇ ਅਲੱਗ-ਅਲੱਗ ਹੈਗੇ ਸੀ। ਹਾਂਜੀ, ਅਲੱਗ-ਅਲੱਗ ਸੀਗੇ ਸਭ ਦੇ। ਮੈਂ ਤੁਹਾਨੂੰ ਉਹ ਵੀ ਪੋਸਟ ਕਾਰਡ ਦਿਖਾਵਾਂਗਾ ਜਿਹੜਿਆਂ ਦੀ ਰਿਆਸਤਾਂ ਦੇ ਆਪਣੇ ਛਪਾਏ ਹੋਏ ਸੀਗੇ। ਅੰਗਰੇਜ਼ਾਂ ਦਾ ਪੋਸਟ ਕਾਰਡ ਨਹੀਂ ਉਹਨਾਂ ਨੇ ਇਸਤੇਮਾਲ ਕਰਿਆ, ਉਹਨਾਂ ਨੇ ਆਪਣੇ ਛਪਾਏ ਨੇ ਔਰ ਉਹੀ ਚੱਲਦੇ ਸੀ। ਅੰਗਰੇਜ਼ਾਂ ਨੂੰ ਹੁਣ ਮਾਨਤਾ ਮਿਲੀ ਹੋਈ ਸੀ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ। ਉਹ ਵਜ੍ਹਾ ਕੀ ਸੀ ਕਿ ਉਹ ਬਹੁਤ ਨੇੜੇ ਸੀਗੀਆਂ ਅੰਗਰੇਜ਼ਾਂ ਦੇ ਰਿਆਸਤਾਂ, ਅੰਗਰੇਜ਼ਾਂ ਦੀਆਂ ਵੱਧ ਵਫਾਦਾਰ ਸੀਗੀਆਂ ਉਹ। ਕਿਹੜੇ-ਕਿਹੜੇ ਨੇ ਪੋਸਟ ਕਾਰਡ ਜਿਹੜੇ ਤੁਸੀਂ ਕਹਿ ਹੋ ਵੀ ਮਨਜ਼ੂਰੀ ਅੰਗਰੇਜ਼ਾਂ ਨੇ ਦਿੱਤੀ ਹੈ ਪਰ ਛਾਪੇ ਹੋਏ ਉਹਨਾਂ ਦੀ ਰਿਆਸਤ ਨੇ ਆਪ ਨੇ? ਜੈਪੁਰ ਸਟੇਟ ਹੈ ਜੀ ਇਹ। ਜੈਪੁਰ ਦੇ ਰਾਜੇ ਦੀ ਫੋਟੋ ਲੱਗੀ ਹੋਈ ਹੈ, ਉਹਨਾਂ ਦਾ ਆਪਣਾ ਪੋਸਟ ਕਾਰਡ ਹੈ, ਉਹਨਾਂ ਦੇ ਆਪਣੀ ਸਟੇਟ ਦਾ ਨਾਮ ਪ੍ਰਿੰਟ ਹੋਇਆ ਹੋਇਆ ਹੈ ਔਰ ਅਲੱਗ-ਅਲੱਗ ਕੀਮਤਾਂ 'ਚ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਨੇ ਜੈਪੁਰ ਸਟੇਟ ਦੇ। ਜਿੰਨੇ ਮਿਲਣਗੇ ਤੁਹਾਨੂੰ ਡਿਫਰੈਂਟ ਮਿਲਣਗੇ, ਇਕੱਲਾ ਦੇਖ ਸਕਦੇ ਹੋ ਉਹਦੇ ਉੱਪਰ ਤੁਸੀਂ। ਕਲਰ ਬਦਲ ਦਿੱਤੇ ਜਾਂਦੇ ਨੇ। ਕਲਰ ਵੀ ਬਦਲੇ ਦਿੱਤੇ ਜਾਂਦੇ ਸੀਗੇ ਜੀ। ਦੇਖੋ ਆਹ ਹੋਰ ਕਲਰ ਹੈ, ਇਹ ਹੋਰ ਕਲਰ ਹੈ, ਇਹ ਨਾਲ ਟਿਕਟ ਲੱਗੀ ਹੋਈ ਹੈ। ਆਹ ਦੇਖੋ ਆਹ ਹੋਰ ਕੱਲੀਆਂ ਟਿਕਟਾਂ, ਆਹ ਉੱਪਰ ਛਪਾਇਆ ਹੈ ਦੇਖੋ ਜੀ, ਪੋਸਟ ਕਾਰਡ ਰਾਜ ਸਵਾਏ ਜੈਪੁਰ। ਇਹ ਸਟੇਟ ਆਪ ਛਾਪਦੀ ਸੀ, ਪਰਮਿਸ਼ਨ ਅੰਗਰੇਜ਼ਾਂ ਦੀ ਸੀ? ਅੰਗਰੇਜ਼ਾਂ ਦੀ ਸੀਗੀ, ਸਟੇਟ ਆਪ ਛਾਪਦੀ ਸੀ, ਆਪਣੇ ਰਾਜੇ ਦੀ ਫੋਟੋ ਛਾਪਦੀ ਸੀਗੀ ਬਾਕਾਇਦਾ। ਤੇ ਜੈਪੁਰ, ਇਹ ਜੈਪੁਰ ਹੈ। ਹੋਰ ਦੇਖੋ ਜੀ, ਇਹ ਗਵਾਲੀਅਰ ਸਟੇਟ ਹੈ ਜਿਹੜੀ ਕਿ ਪਟਿਆਲੇ, ਨਾਭੇ ਔਰ ਜੀਂਦ ਵਾਂਗੋਂ ਇਹਨਾਂ ਨੂੰ ਵੀ ਓਵਰ ਪ੍ਰਿੰਟ ਦੀ ਇਜਾਜ਼ਤ ਸੀਗੀ। ਇਹ ਸਾਰੇ ਗਵਾਲੀਅਰ ਸਟੇਟ ਦੇ ਨੇ ਪੋਸਟ ਕਾਰਡ। ਇਹ ਵੀ ਡਿਫਰੈਂਟ ਨੇ, ਡਿਫਰੈਂਟ ਕੀਮਤਾਂ ਦੇ ਨੇ, ਡਿਫਰੈਂਟ ਕਿੰਗ ਦੇ ਦੌਰ ਦੇ ਨੇ ਇਹ ਗਵਾਲੀਅਰ ਸਟੇਟ। ਅੱਛਾ, ਮੇਰਾ ਹੁਣ ਪਹਿਲਾਂ ਇੱਕ ਹੋਰ ਸਵਾਲ ਹੈ ਕਿ ਤੁਸੀਂ ਇਹ ਸਾਰੀ ਕਲੈਕਸ਼ਨ ਕੀਤੀ ਕਿੱਥੋਂ? ਇੱਕ ਕਾਰਡ ਜੇ ਤੁਸੀਂ ਲੈ ਕੇ ਆਏ ਕਿਸੇ ਕੋਲੋਂ, ਮੰਗਾਇਆ ਕਿਸੇ ਕੋਲੋਂ, ਜਾਂ ਜਾ ਕੇ ਆਪ ਸਰਚ ਕੀਤੀ ਹੈ? ਇਹ ਬਹੁਤ ਦੁੱਖ ਦੀ ਰਾਗ ਹੈ ਜਿਹੜੀ ਅਸੀਂ ਛੇੜੀ ਹੈ। ਇਹਦੇ ਵਾਸਤੇ ਮੈਨੇ ਕਿੰਨੇ ਕੁ ਧੱਕੇ ਖਾਂਦੇ ਨੇ। ਮੈਂ ਘਰਾਂ 'ਚ ਫਿਰਿਆ ਜੀ, ਮੈਂ ਵਪਾਰੀ ਵਰਗ ਕੋਲੇ ਗਿਆ, ਵਪਾਰੀਆਂ ਦੇ, ਕਿਉਂਕਿ ਜਿਹੜਾ ਉਹਨਾਂ ਦਾ ਰਿਲੇਸ਼ਨ ਆਉਂਦਾ ਜਾਂਦੇ ਨੇ ਕਾਰਡ ਉਹਨਾਂ ਦੇ। ਹੁਣ ਉਹਨਾਂ ਦੇ ਪੁਰਾਣੇ ਢੇਰਾਂ ਦੇ ਢੇਰ ਜਿਹੜੇ ਕਬਾੜ 'ਚ ਸਿੱਟੇ ਪਏ ਉਹ ਮੈਨੇ ਫਰੋਲੇ ਨੇ, ਉਹਨਾਂ 'ਚੋਂ ਆਪਣੇ ਕੰਮ ਦੇ ਕੱਢੇ ਨੇ ਕਾਰਡ ਮੈਨੇ। ਅਤੇ ਫਿਰ ਮੈਂ ਕਬਾੜੀਆਂ ਦੀਆਂ ਦੁਕਾਨਾਂ 'ਚ ਜਿਹੜੇ ਜਿੱਥੇ ਉਹ ਆਪਣੀਆਂ ਕਿਤਾਬਾਂ, ਅਖਬਾਰ, ਰਸਾਲੇ ਵੇਚ ਦਿੰਦੇ ਆ, ਵਿੱਚ ਹੀ ਪੋਸਟ ਕਾਰਡ ਚਲੇ ਜਾਂਦੇ ਆ। ਮੈਂ ਇਕੱਲੇ ਕਬਾੜੀਏ ਕੋਲੇ ਘੁੰਮਿਆ, ਕਬਾੜੀਆਂ ਦੀ ਜਾ ਕੇ ਰੱਦੀ ਫਰੋਲੀ ਹੈ ਮੈਨੇ, ਉਹਦੇ 'ਚੋਂ ਪੋਸਟ ਕਾਰਡ ਜਿਹੜੇ ਨਿਕਲੇ ਨੇ। ਹੁਣ ਕਬਾੜੀਏ ਨੇ ਤਾਂ ਤੋਲ ਕੇ ਲਿੱਤੇ ਹੋਏ ਨੇ, ਮੈਨੂੰ ਉਹਨੇ ਗਿਣ ਕੇ ਦਿੱਤੇ ਨੇ ਵੀ ਇੰਨੇ ਦਾ ਲੱਗੂਗਾ। ਮੇਰਾ ਸ਼ੌਕ ਹੈ, ਮੈਨੂੰ ਉਹ ਵੀ ਲੈਣੇ ਪਏ ਨੇ। ਕਿੰਨੀ ਕੀਮਤ ਚੁਕਾਉਣੀ ਪਈ ਫਿਰ ਤੁਹਾਨੂੰ? ਬਹੁਤ ਚੁਕਾਉਣੀ ਪਈ ਹੈ। ਕਈ ਇੱਕ ਕਾਰਡ ਮੈਨੂੰ 100 ਰੁਪਏ ਦਾ ਵੀ ਖਰੀਦਣਾ ਪਿਆ, 200 ਰੁਪਏ ਦਾ ਵੀ ਖਰੀਦਣਾ ਪਿਆ। ਜਿਹੜਾ ਉਸ ਸਮੇਂ ਪੈਸਿਆਂ ਵਿੱਚ ਹੁੰਦਾ ਸੀ, 1 ਪੈਸਾ 2 ਪੈਸੇ ਵਾਲਾ ਪੋਸਟ ਕਾਰਡ। ਇੱਦਾਂ ਈਅਰ ਇਕੱਠੇ ਕਰਨ ਵਾਸਤੇ ਮੈਨੂੰ ਬਹੁਤ ਜਹਿਦ ਕਰਨੀ ਪਈ ਹੈ। ਉਹਦੇ ਵਾਸਤੇ ਮੈਨੂੰ ਵਪਾਰੀਆਂ ਦੇ ਔਰ ਕਬਾੜੀਆਂ ਦੇ ਬਹੁਤ ਧੱਕੇ ਖਾਣੇ ਪਏ ਨੇ। ਮਤਲਬ ਕਹਿਣ ਦਾ ਇਹ ਹੈ ਵੀ ਪੰਜਾਬ 'ਚ ਬਾਅਦ ਵੀ ਗਏ ਸੀ ਕਿਤੇ? ਪੰਜਾਬ ਤੋਂ ਬਾਹਰ ਮੈਂ ਰਾਜਸਥਾਨ ਘੁੰਮਿਆ ਜੀ, ਉੱਥੋਂ ਕਾਰਡ ਲੈ ਕੇ ਆਇਆ, ਦਿੱਲੀੋਂ ਲੈ ਕੇ ਆਇਆ, MP ਦੇ ਵਿੱਚ ਗਿਆ, MP 'ਚੋਂ ਲੈ ਕੇ ਆਇਆ। ਜ਼ਿਆਦਾ ਕਾਰਡ ਮੈਨੂੰ MP ਔਰ ਰਾਜਸਥਾਨ 'ਚੋਂ ਹੀ ਮਿਲੇ ਨੇ। ਪੰਜਾਬ 'ਚੋਂ ਤਾਂ ਮਿਲੇ ਨੇ, ਰਾਜਸਥਾਨ 'ਚ ਮੈਨੂੰ ਬਹੁਤ ਕਾਰਡ ਮਿਲੇ ਨੇ। ਹੁਣ ਜੇ ਰਿਆਸਤਾਂ ਦੀ ਗੱਲ ਕਰੀਏ, ਨਾਭਾ ਹੋ ਗਈ, ਮਲੇਰਕੋਟਲਾ ਦੇ ਵੀ ਕੋਈ ਆਪਦੇ ਰਿਆਸਤ ਦੇ ਕਾਰਡ ਹੈਗੇ ਨੇ? ਮਲੇਰਕੋਟਲਾ ਰਿਆਸਤ ਦਾ ਕਾਰਡ ਨਹੀਂ ਸੀਗਾ ਜੀ। ਇਹ ਇੱਕ ਆਹ ਦੇਖੋ ਜੀ, ਤੁਸੀਂ ਆਪਣੀ ਛਾਪੇ ਹੋਏ ਟ੍ਰੈਵਨਕੋਰ, ਕੋਚੀਨ ਸਟੇਟ, ਇਹਨਾਂ ਦੇ ਤੁਹਾਨੂੰ ਅਲੱਗ-ਅਲੱਗ ਵੈਰਾਈਟੀਆਂ ਦੇ ਸਾਰੇ ਕਾਰਡ ਅਲੱਗ-ਅਲੱਗ ਮਿਲਣਗੇ ਤੁਹਾਨੂੰ। ਟ੍ਰੈਵਨਕੋਰ ਕੋਚੀਨ ਜਿਹੜੀ ਹੈ, ਕੋਚੀਨ ਜਿੱਥੇ ਰੇਲਵੇ ਕੋਚ ਫੈਕਟਰੀ ਵੀ ਹੈ ਲੱਗੀ ਹੋਈ। ਅਤੇ ਇਹ ਸਟੇਟ ਜਿਹੜੀ ਹੈ ਕਾਫੀ ਵੱਡੀ ਸਟੇਟ ਸੀ, ਅੰਗਰੇਜ਼ਾਂ ਦੇ ਬਹੁਤ ਨੇੜੇ ਸੀਗੀ ਇਹ। ਔਰ ਇਹਦੇ ਸਟੇਟ ਦੇ ਕਾਰਡ ਮੈਨੇ ਅਲੱਗ। ਇੱਕ ਇੰਡੀਆ ਦੀ ਸਭ ਤੋਂ ਵੱਡੀ ਰਿਆਸਤ ਜਿਹਨੂੰ ਕਿਹਾ ਜਾਂਦਾ, ਜਿਹਦੇ ਨਵਾਬ ਆਫ ਹੈਦਰਾਬਾਦ, ਚਾਰ ਮੀਨਾਰ ਜਿੱਥੇ ਬਣੀ ਹੋਈ ਹੈ। ਨਵਾਬ ਹੈਦਰਾਬਾਦ ਜਿਹੜਾ ਸੀਗਾ ਉਹ ਅੰਗਰੇਜ਼ਾਂ ਦੇ ਬਹੁਤ ਨੇੜੇ ਸੀਗਾ, ਅਮੀਰ ਰਿਆਸਤ ਸੀ, ਬਹੁਤ ਵੱਡੀ ਰਿਆਸਤ ਸੀਗੀ। ਉਹਦੇ ਵੀ ਆਪਣੇ ਕਾਰਡ ਨੇ ਦੇਖੋ, ਹੈਦਰਾਬਾਦ ਸਟੇਟ ਔਰ ਆਪਣੇ ਕੱਲੀ ਅਲੱਗ-ਅਲੱਗ ਕੀਮਤਾਂ ਦੇ ਉਹਦੇ ਆਪਣੇ ਪ੍ਰਿੰਟ ਕਰਾਏ ਹੋਏ, ਆਪਣੀ ਸਟੇਟ ਦਾ ਨਾਮ, ਆਪਣੀਆਂ ਸਾਰੀਆਂ ਫੋਟੋਆਂ, ਆਪਣੇ ਰੇਟ ਉਹਦੇ। ਰਿਆਸਤਾਂ ਦੀ ਗੱਲ ਕਰੀਏ ਕਿ ਸਾਰੀਆਂ ਰਿਆਸਤਾਂ ਜੋ ਪੰਜਾਬ ਵਿੱਚ ਹੈਗੀਆਂ ਸੀ, ਸਭ ਨੂੰ ਅਧਿਕਾਰ ਹੈਗਾ ਸੀ ਵੀ ਆਪਣੇ ਰਿਆਸਤਾਂ ਦੇ ਅਲੱਗ-ਅਲੱਗ ਪੋਸਟ ਕਾਰਡ ਛਪਵਾ ਸਕਣ? ਕਿਸੇ ਇੱਕ ਰਿਆਸਤ ਨੂੰ, ਪੰਜਾਬ ਦੀ ਕਿਸੇ ਇੱਕ ਰਿਆਸਤ ਨੂੰ ਅਧਿਕਾਰ ਨਹੀਂ ਸੀਗਾ, ਆਪਣਾ ਕਿਸੇ ਦਾ ਛਪਾਇਆ ਹੋਇਆ ਨਹੀਂ ਹੈ। ਪਟਿਆਲੇ ਨੂੰ ਜਿਨ੍ਹਾਂ ਨੂੰ ਵੀ ਇਜਾਜ਼ਤ ਮਿਲੇ ਨੇ, ਓਵਰ ਪ੍ਰਿੰਟ ਦੀ ਇਜਾਜ਼ਤ ਮਿਲੀ ਹੋਈ ਸੀਗੀ। ਅੰਗਰੇਜ਼ਾਂ ਦੇ ਪੋਸਟ ਕਾਰਡ ਦੇ ਉੱਪਰ ਹੀ ਓਵਰ ਪ੍ਰਿੰਟ ਕਰਾਇਆ ਜਾਂਦਾ ਸੀਗਾ। ਜਿਨ੍ਹਾਂ ਰਿਆਸਤਾਂ ਦੇ ਵਿੱਚ ਮੈਂ ਨਾਮ ਗਿਣਦਾ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਔਰ ਉਸ ਤੋਂ ਬਾਅਦ ਆ ਜਾਓ ਜੀ ਤੁਸੀਂ ਇੱਧਰ ਜਿਹੜੀਆਂ ਹੁਣ ਹਿਮਾਚਲ 'ਚ ਚਲੀਆਂ ਗਈਆਂ, ਉਸ ਟਾਈਮ ਤਾਂ ਪੰਜਾਬ ਸੀਗਾ ਨਾ ਇਹ, ਉਹਦੇ 'ਚ ਆ ਗਿਆ ਜੀ ਤੁਹਾਡਾ
ਚੰਬਾ ਰਿਆਸਤ ਆ ਗਈ, ਚੰਬਾ ਦੇ ਵੀ ਓਵਰਪ੍ਰਿੰਟ ਸੀਗੇ ਉਸ ਟਾਈਮ। ਮਤਲਬ 6 ਜਾਂ 7 ਰਿਆਸਤਾਂ ਆਈਆਂ ਸੀਗੀਆਂ ਪੰਜਾਬ ਦੀਆਂ ਜਿਨ੍ਹਾਂ ਦਾ ਪੋਸਟ ਕਾਰਡ ਆਇਆ ਹੈ, ਔਰ ਉਹ ਪੋਸਟ ਕਾਰਡ ਓਵਰਪ੍ਰਿੰਟ ਹੀ ਆਇਆ ਹੈ, ਆਪਣਾ ਛਪਾਇਆ ਹੋਇਆ ਕਿਸੇ ਰਿਆਸਤ ਦਾ ਨਹੀਂ ਆਇਆ। ਹੁਣ ਅੱਜ ਦੀ ਗੱਲ ਕਰੀਏ, ਤੁਸੀਂ ਹੋਰ ਵੀ ਕਲੈਕਸ਼ਨ ਕੀਤੀ। ਦੇਖੋ ਜੀ, ਇੰਦੌਰ ਸਟੇਟ ਦੇ ਵੀ ਆਪਣੇ ਸੀਗੇ। ਇੰਦੌਰ ਦੇ ਰਾਜੇ ਦੀ ਫੋਟੋ ਹੈ। ਜੇ ਟਿਕਟ ਵੀ ਲਾਇਆ ਤਾਂ ਇੰਦੌਰ ਦਾ ਹੀ ਟਿਕਟ ਲਾਇਆ ਉਹਨਾਂ ਨੇ, ਫਾਲਤੂ ਅੰਗਰੇਜ਼ ਦਾ ਟਿਕਟ ਵੀ ਨਹੀਂ ਲਾਇਆ, ਔਰ ਆਪਣੇ ਇੱਕ ਰਿਆਸਤ ਦੇ ਨਾਮ ਤੇ ਛਪਾਏ ਹੋਏ ਨੇ। ਇਦਾਂ ਹੀ ਹੋਰ ਬਹੁਤ ਰਿਆਸਤਾਂ ਨੇ, ਟਾਈਮ ਬਹੁਤ ਲੱਗ ਜਾਏਗਾ, ਇਸ ਕਰਕੇ ਆਪਾਂ ਇਹਨੂੰ ਛੱਡ ਰਹੇ ਹਾਂ। ਅੱਛਾ, ਮੈਂ ਹੁਣ ਕਹਾਂਗਾ ਵੀ ਕੈਮਰਾਮੈਨ ਨੂੰ ਇਸ ਪਾਸੇ ਵੀ ਦਿਖਾਣ, ਇਹ ਪੋਸਟ ਕਾਰਡ ਪਏ ਨੇ। ਉਹ ਸ਼ਾਇਦ ਅੱਜ ਦੀ ਜੋ ਨੌਜਵਾਨੀ ਆ ਉਸ ਨੂੰ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਪੋਸਟ ਕਾਰਡ ਜਾਂ ਹੋਰ ਚੀਜ਼ਾਂ ਸਰਕਾਰੀ ਕੰਮ ਵਿੱਚ ਤਾਂ ਵਰਤੇ ਜਾਂਦੇ ਨੇ। ਇਹ ਪੋਸਟ ਕਾਰਡ ਜਿਹੜੇ ਨੇ, ਤੁਸੀਂ ਕਹਿੰਦੇ ਸੀ ਵੀ ਸਰਕਾਰੀ ਸਕੀਮਾਂ ਵੀ ਆਉਂਦੀਆਂ ਨੇ, ਉਹ ਵੀ ਪੋਸਟ ਕਾਰਡ ਤੁਹਾਡੇ ਕੋਲ ਹੈਗੇ ਨੇ। ਇਹ ਦੇਖੋ ਜੀ, ਇਹ ਪੋਸਟ ਕਾਰਡ ਇਦਾਂ ਦੇ ਨੇ, ਸਰਕਾਰ ਜਿਹੜੀ ਐਡਵਰਟਾਈਜ਼ਮੈਂਟ ਕਰਦੀ ਹੈ, ਬਹੁਤ ਵੱਡੇ ਵੱਡੇ ਬੈਨਰ ਲਗਾਉਂਦੀ ਹੈ, ਟੈਲੀਵਿਜ਼ਨ ਤੇ ਮਸ਼ਹੂਰੀਆਂ ਦਿੰਦੀ ਹੈ, ਪਬਲਿਕ ਦੇ ਲਾਹੇ ਵਾਸਤੇ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਉਹ ਪਬਲਿਕ ਤੱਕ ਕਿੱਦਾਂ ਪਹੁੰਚਾਏ ਜਾਂਦੇ ਨੇ, ਉਹ ਐਡਵਰਟਾਈਜ਼ਮੈਂਟ ਤੇ ਬਹੁਤ ਰੁਪਈਆ ਖਰਚ ਹੁੰਦਾ ਸੀਗਾ। ਤਾਂ ਸਰਕਾਰ ਨੇ ਉਹ ਸਾਰੀਆਂ ਆਪਣੀਆਂ ਸਕੀਮਾਂ ਪੋਸਟ ਕਾਰਡ ਤੇ ਛਾਪਣੀਆਂ ਸ਼ੁਰੂ ਕਰਤੀਆਂ, ਔਰ ਉਹਦਾ ਨਾਮ ਰੱਖਿਆ ਮੇਘਦੂਤ ਪੋਸਟ ਕਾਰਡ। ਔਰ ਕਿਉਂਕਿ ਪਬਲਿਕ ਦੇ ਵਿੱਚ ਜਾਊਗਾ, ਪਬਲਿਕ ਉਹਨੂੰ ਯੂਜ਼ ਕਰੂਗੀ ਪੋਸਟ ਕਾਰਡ ਨੂੰ, ਔਰ ਉਹ ਸਕੀਮ ਉਹਦੇ ਉੱਪਰ ਪੜੂਗੀ। ਇਹ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਪੋਸਟ ਕਾਰਡ ਤੇ ਤੁਸੀਂ ਪੜ੍ਹ ਸਕਦੇ ਹੋ। ਔਰ ਇਹਦੇ ਨਾਲ ਦੇ ਮੇਰੇ ਕੋਲ ਘੱਟੋ ਘੱਟ 4 ਫਰੇਮ ਤੇ ਮੈंने ਲਾਏ ਨੇ, ਔਰ ਸਾਰੇ ਡਿਫਰੈਂਟ ਨੇ। ਜੇ ਤੁਸੀਂ ਦੇਖੋਗੇ, ਔਰ ਇਹ ਵਾਲੇ ਪੋਸਟ ਕਾਰਡ ਜੋ ਇਸ ਪਾਸੇ ਰੱਖੇ ਹੋਏ ਨੇ, ਇਹ ਵੀ ਐਡਵਰਟਾਈਜ਼ਮੈਂਟ ਦੇ ਨੇ। ਹਾਂਜੀ, ਇਹ ਵੀ ਮੇਘਦੂਤ ਨੇ ਜੀ, ਐਡਵਰਟਾਈਜ਼ਮੈਂਟ ਨੇ, ਉਹ ਉਹਨਾਂ ਦੇ ਹਿੱਸਾ ਹੈ। ਔਰ ਇਹਨਾਂ ਤੇ ਵੀ ਅਲੱਗ-ਅਲੱਗ ਲਾਏ ਨੇ। ਕਿਸੇ ਦੇ ਕੋਨਾਰਕ ਮੰਦਿਰ ਦੀ ਫੋਟੋ ਹੈ, ਕਿਸੇ ਤੇ ਪੁਰੀ ਰੱਥ ਦੀ ਫੋਟੋ ਹੈ, ਕਿਸੇ ਦੇ ਆਪਣਾ ਹੋਇਆ ਸੀਗਾ ਹੋਮੀ ਭਾਬਾ ਸਾਇੰਟਿਸਟ, ਉਹਦੀ ਫੋਟੋ ਛਾਪੀ ਹੋਈ ਹੈ। ਮਤਲਬ ਇਹਦੇ ਪਰ ਵੀ ਅਲੱਗ-ਅਲੱਗ ਬਣਾਏ ਨੇ, ਇਹ ਨਹੀਂ ਹੈ ਕਿ ਇੱਕ ਨਾਲ ਦੇ ਬਣਾਤੇ। ਇੱਕ ਜਿਹੜੀ ਮੈਂ ਦੱਸਣੀ ਚਾਹਣਾ ਕਿ 1947 ਤੱਕ ਅੰਗਰੇਜ਼ਾਂ ਦੇ ਪੋਸਟ ਕਾਰਡ ਚੱਲੇ। 1947 'ਚ ਭਾਰਤ ਆਜ਼ਾਦ ਹੋ ਗਿਆ, ਪਰ 3 ਸਾਲ ਅੰਗਰੇਜ਼ਾਂ ਦੇ ਹੀ ਪੋਸਟ ਕਾਰਡ ਚੱਲਦੇ ਰਹੇ। 1950 ਤੱਕ 3 ਸਾਲ ਆਪਾਂ ਆਜ਼ਾਦ ਹੋਣ ਤੋਂ ਬਾਅਦ ਵੀ ਅੰਗਰੇਜ਼ਾਂ ਦੇ ਪੋਸਟ ਕਾਰਡ ਹੀ ਇਸਤੇਮਾਲ ਕਰਦੇ ਰਹੇ। ਉਹ ਕਿਉਂ? ਕਿਉਂਕਿ ਨਵੇਂ ਆਜ਼ਾਦ ਹੋਏ ਸੀਗੇ, ਆਪਣਾ ਪੋਸਟ ਕਾਰਡ ਹਜੇ ਛਾਪਿਆ ਨਹੀਂ ਸੀਗਾ। ਆਪਣਾ ਪੋਸਟ ਕਾਰਡ, ਟਿਕਟ, ਰੁਪਈਆ, ਪੈਸਾ, ਇਹ ਸਾਰਾ ਕੁਝ 1950 'ਚ ਆਇਆ, ਜਦੋਂ ਆਪਣਾ ਸੰਵਿਧਾਨ ਬਣ ਗਿਆ 1950 'ਚ ਆਇਆ। ਇਸ ਕਰਕੇ ਇੰਡੀਆ ਦਾ ਜਿਹੜਾ, ਜਿਹਨੂੰ ਰਿਪਬਲਿਕ ਇੰਡੀਆ ਕਹਿ ਦਈਏ, ਬ੍ਰਿਟਿਸ਼ ਇੰਡੀਆ ਨਹੀਂ, ਰਿਪਬਲਿਕ ਇੰਡੀਆ ਦਾ ਜਿਹੜਾ ਸਭ ਤੋਂ ਪਹਿਲਾ ਪੋਸਟ ਕਾਰਡ ਆਇਆ ਹੈ ਰਿਪਬਲਿਕ ਇੰਡੀਆ ਦਾ, ਉਹ 1950 'ਚ ਆਇਆ। ਕਿਹੜਾ ਕਾਰਡ ਉਹ ਵਾਲਾ? ਉਹ ਆਇਆ ਜੀ, ਦੇਖੋ ਜੀ, ਫਸਟ ਪੋਸਟ ਕਾਰਡ ਜਿਹੜਾ ਆਇਆ 6 ਪੈਸੇ ਦੀ ਕੀਮਤ ਰੱਖੀ ਗਈ ਸੀਗੀ ਜੀ। ਅਸ਼ੋਕਾ ਛਾਪਿਆ ਗਿਆ ਸੀ ਇਹਦੇ ਤੇ। ਇਸ ਤੋਂ ਬਾਅਦ ਫਿਰ ਅਲੱਗ-ਅਲੱਗ ਫੋਟੋਆਂ ਛਪੀਆਂ। ਆਹ ਦੇਖੋ, ਇਹ ਦੇਖੋ, ਇਹ ਰੈੱਡ 'ਚ ਹੈ, ਇਹ ਗ੍ਰੀਨ 'ਚ ਆ ਗਿਆ ਜੀ। ਇਹ ਅਲੱਗ-ਅਲੱਗ ਉੱਪਰ ਫਿਰ ਕੀਮਤਾਂ ਵੀ ਥੋੜ੍ਹੀਆਂ ਵੱਧਦੀਆਂ ਗਈਆਂ ਜੀ ਉਹਦੇ ਨਾਲ। 6 ਪਾਈ ਤੋਂ ਬਾਅਦ ਫਿਰ 9 ਪਾਈ ਦਾ ਵੀ ਹੋ ਗਿਆ, 10 ਪੈਸਿਆਂ ਦਾ ਹੋ ਗਿਆ, 15 ਪੈਸੇ ਦਾ ਹੋ ਗਿਆ। ਮਤਲਬ ਜਿਉਂ ਉਸ ਟਾਈਮ ਉਹਦੀ ਫਿਰ ਕੀਮਤ ਵੀ ਵੱਧਦੀ ਗਈ। ਮੈਂ ਉਸ ਹਿਸਾਬ ਨਾਲ ਇਹ ਧੁਰ ਤੱਕ ਜੇ ਦੇਖ ਲਓਗੇ ਤੁਸੀਂ, ਉਹ ਸਾਰੇ ਉਸ ਟਾਈਮ ਦੇ ਨੇ। ਇਹ ਐਡ ਵੀ ਕੀਤੀ ਹੋਈ ਹੈ ਕਿ ਪ੍ਰਾਈਵੇਟ ਕੰਪਨੀ ਦੀ ਐਡ ਤੁਹਾਨੂੰ ਹੋਰ ਵੀ ਦਿਖਾਵਾਂਗਾ। ਐਡ ਵਾਲੇ ਬਹੁਤ ਹੈਗੇ ਜੀ ਕਾਰਡ, ਇੱਕ ਪੂਰੇ ਦਾ ਪੂਰਾ ਫਰੇਮ ਮੈंने ਐਡ ਵਾਲਾ ਲਾਇਆ ਹੋਇਆ। ਪਹਿਲਾਂ ਨਹੀਂ ਐਡ ਚੱਲਦੀ ਹੁੰਦੀ ਸੀ। ਇੱਕ ਚੀਜ਼ ਹੋਰ ਦੇਖਣ ਵਾਲੀ ਹੈ, ਜਿਹੜੀ ਪੋਸਟ ਕਾਰਡਾਂ ਤੇ ਆਪਣੇ ਤੇ ਕੀ ਛਪਿਆ ਇੰਡੀਆ ਦੇ। ਆਹ ਦੇਖੋ ਜੀ, ਆਹ ਦੇਖੋ ਜੀ, ਆਹ ਦੇਖੋ, ਮੋਰ ਛਾਪੇ ਹੋਏ ਨੇ ਜੀ, ਆਹ ਸ਼ੇਰ ਛਾਪੇ ਹੋਏ ਨੇ। ਇਹ ਅਲੱਗ-ਅਲੱਗ ਫੋਟੋਆਂ ਛਪੀਆਂ ਹੋਈਆਂ ਨੇ। ਤ੍ਰਿਮੂਰਤੀ ਅਲੱਗ-ਅਲੱਗ ਜਿਹੜੀਆਂ ਨੇ ਉਹ ਅਲੱਗ-ਅਲੱਗ ਛਪੇ ਹੋਏ ਨੇ ਇਹਨੇ। ਇਹ ਫਸਟ ਇਸ਼ੂ ਹੈ ਜੀ। ਇੱਕ ਦੌਰ ਆਇਆ ਸੀ ਉਸ ਟਾਈਮ, ਅੱਜ ਹੈ ਕਿ ਕੰਪਨੀ ਦੇ ਨਾਮ ਤੇ ਕੰਪਨੀ ਡੁਪਲੀਕੇਟ ਕੋਈ ਚੀਜ਼ਾਂ ਬਣਾਉਂਦੀ ਹੈ। ਉਸ ਟਾਈਮ ਵੀ ਇਹ ਚੱਲਦਾ ਸੀਗਾ। ਇੱਕ ਫਰਮ ਬਹੁਤ ਮਸ਼ਹੂਰ ਹੈ ਵਪਾਰੀ ਵਰਗ ਦੇ ਵਿੱਚ, ਉਹਦਾ ਨਾਮ ਚੱਲਦਾ ਹੈ, ਤਾਂ ਉਹੀ ਨਾਮ ਰੱਖ ਕੇ ਇੱਕ ਹੋਰ ਫਰਮ ਖੁੱਲ੍ਹ ਗਈ। ਉਹ ਸਾਰਾ ਕੁਝ ਖਤਮ ਕਰਨ ਵਾਸਤੇ ਉਸ ਟਾਈਮ ਦੇ ਵਪਾਰੀਆਂ ਨੇ ਇੱਕ ਸਕੀਮ ਚਲਾਈ ਸੀ, ਇਹਨੂੰ ਪਿਕਚਰ ਪੋਸਟ ਕਾਰਡ ਕਿਹਾ ਜਾਂਦਾ। ਜਿਹੜੀ ਫਰਮ ਮਸ਼ਹੂਰ ਹੋ ਜਾਂਦੀ ਸੀ, ਉਹਦੀ ਡੁਪਲੀਕੇਟ ਫਰਮ ਖੁੱਲ੍ਹ ਨਾ ਜਾਵੇ ਕੋਈ, ਜਾਂ ਖੁੱਲ੍ਹ ਗਈ ਸੀ ਤਾਂ ਉਹ ਆਪਣੀ ਫਰਮ ਦੇ ਪੋਸਟ ਕਾਰਡ ਅਲੱਗ ਉਹਨਾਂ ਨੇ ਆਪਣੀ ਫਰਮ ਦੇ ਨਾਮ ਤੇ ਛਪਾ ਲਏ, ਔਰ ਆਪਣੇ ਬਜ਼ੁਰਗ ਦੀ ਉਹਦੇ 'ਤੇ ਫੋਟੋ ਛਪਾ ਲਈ, ਤਾਂ ਕਿ ਨਿਸ਼ਾਨੀ ਰਹੇ ਕਿ ਇਹ ਸਾਡੀ ਫਰਮ ਦਾ ਹੀ ਪੋਸਟ ਕਾਰਡ ਹੈ, ਔਰ ਸਾਡੀ ਫਰਮ ਨਾਲ ਹੀ ਤੁਹਾਡਾ ਲਿੰਕ ਹੋ ਰਿਹਾ ਹੈ, ਕਿਸੇ ਡੁਪਲੀਕੇਟ ਨਾਲ ਨਹੀਂ ਹੋ ਰਿਹਾ।
ਇਸ ਕਰਕੇ ਇਹਨਾਂ ਨੂੰ ਪਿਕਚਰ ਪੋਸਟ ਕਾਰਡ ਇਹਦੇ ਨਾਲ ਉਹਨਾਂ ਦੀ ਐਡ ਵੀ ਹੋ ਜਾਂਦੀ ਸੀਗੀ ਔਰ ਉਹਨਾਂ ਦੀ ਅਸਲੀਅਤ ਦਾ ਵੀ ਥਾ ਵੀ ਇਹ ਅਸਲੀ ਹੈ। ਇਹ ਦੋ ਮਕਸਦ ਹੱਲ ਹੋ ਜਾਂਦੇ ਉਹ ਵੀ ਡੁਪਲੀਕੇਟ ਦਾ ਕੰਮ ਸੀ। ਡੁਪਲੀਕੇਟ ਦਾ ਉਸ ਟਾਈਮ ਜੇ ਅੱਜ ਕਹੀਏ ਡੁਪਲੀਕੇਟ ਦਾ ਜ਼ਮਾਨਾ ਹੈ, ਉਸ ਟਾਈਮ ਵੀ ਡੁਪਲੀਕੇਸੀ ਦਾ ਜ਼ਮਾਨਾ ਸੀਗਾ, ਸਾਰਾ ਕੁਝ ਚੱਲਦਾ ਸੀਗਾ ਉਸ ਟਾਈਮ। ਇਹ ਪਿਕਚਰ ਪੋਸਟ ਕਾਰਡ ਦੇ ਵਿੱਚ ਹੀ ਇਹ ਹੈ ਜੀ ਇੱਕ ਪੋਸਟ ਕਾਰਡ ਦੀ ਕੀਮਤ 4 ਰੁਪਏ ਰੱਖੀ ਗਈ ਹੈ। ਕਿੱਥੇ 1 ਪੈਸਾ ਜਾਂ 10 ਪੈਸੇ ਜਾਂ 15 ਪੈਸੇ, ਕਿੱਥੇ 4 ਰੁਪਏ। ਇਹ ਬਾਈ 에ਅਰ ਮੇਲ ਹੈ, ਹਵਾਈ ਜਹਾਜ਼ ਨਾਲ ਜਾਣ ਵਾਲਾ ਪੋਸਟ ਕਾਰਡ ਹੈ ਔਰ ਇਹ ਇੱਕ ਟਾਈਮ ਦੇ ਵਿੱਚ ਇੰਡੀਆ ਗੌਰਮੈਂਟ ਨੇ ਕੱਢੇ ਸੀਗੇ। ਉਹਦੇ ਇੰਡੀਆ ਦੇ ਜਿਹੜੇ ਬਿਲਡਿੰਗਾਂ ਨੇ ਜਿਨ੍ਹਾਂ ਨੂੰ ਦਰਸ਼ਨ ਕਰਨ ਵਾਲੀਆਂ ਬਿਲਡਿੰਗਾਂ ਨੇ, ਵੱਡੀਆਂ ਇਤਿਹਾਸਿਕ ਬਿਲਡਿੰਗਾਂ ਜਿਨ੍ਹਾਂ ਨੂੰ, ਉਹਨਾਂ ਦੀਆਂ ਫੋਟੋਆਂ ਛਾਪੀਆਂ ਸੀ ਇਹਨਾਂ 'ਤੇ। ਇਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਬਾਈ 에ਅਰ ਜਾਂਦੀਆਂ ਸੀ ਇਹ ਕਾਰਡ? ਇਹ ਦੇਖੋ ਜੀ 1999 1999 ਦੇ ਵਿੱਚ ਇੱਕ ਐਗਜ਼ੀਬਿਸ਼ਨ ਲੱਗੀ ਸੀਗੀ। ਉਸ ਐਗਜ਼ੀਬਿਸ਼ਨ ਦੇ ਵਿੱਚ ਭਾਰਤ ਸਰਕਾਰ ਵੱਲੋਂ ਇਹ ਇਸ਼ੂ ਰੱਖੇ ਗਏ ਸੀਗੇ, ਇਹ ਸਪੈਸ਼ਲ ਉਸ ਐਗਜ਼ੀਬਿਸ਼ਨ ਵਾਸਤੇ ਛਾਪੇ ਗਏ ਸੀਗੇ ਇਹ ਪੋਸਟ ਕਾਰਡ ਔਰ ਉਸ ਟਾਈਮ ਇਸ਼ੂ ਹੋਏ ਸੀਗੇ ਬਾਕਾਇਦਾ 1999 ਦੇ ਵਿੱਚ। ਇਹ ਯਾਨੀ ਕਿ ਪੋਸਟ ਕਾਰਡ ਚੱਲਿਆ ਨੂੰ 110 ਸਾਲ ਹੋ ਗਏ ਸੀਗੇ। 110 ਸਾਲ ਬਾਅਦ ਇਹ ਪਿਕਚਰ ਪੋਸਟ ਕਾਰਡ ਇੰਡੀਆ ਦੀਆਂ ਇਹਦੇ 'ਚ ਦੇਖੋ, ਜਿਵੇਂ ਮਤਲਬ ਮਸ਼ਹੂਰ ਲਾਲ ਕਿਲ੍ਹਾ ਹੋ ਗਿਆ, ਤਾਜ ਮਹਿਲ ਹੋ ਗਿਆ, ਉਹ ਸਾਰੀਆਂ ਬਿਲਡਿੰਗਾਂ ਇਹਦੇ 'ਤੇ ਛਾਪੀਆਂ ਗਈਆਂ ਨੇ। ਅਤੇ ਇਹ ਹੈ ਜੀ ਬੀਮਾ ਕੰਪਨੀ ਦਾ ਪੋਸਟ ਕਾਰਡ। ਮਤਲਬ ਕੱਲ੍ਹ ਨੂੰ ਤੁਸੀਂ ਕੋਈ ਇਹ ਨਾ ਕਹਿ ਸਕਦੇ ਜੀ ਫਲਾਣਾ ਪੋਸਟ ਕਾਰਡ ਰਹਿ ਗਿਆ ਇਹਦੇ 'ਚ ਲਾਇਆ ਨਹੀਂ। ਬੀਮਾ ਕੰਪਨੀ ਦੇ ਆਪਣੇ ਪੋਸਟ ਕਾਰਡ ਨੇ ਜੀ, ਆਪਣੇ ਪ੍ਰਿੰਟ ਕਰਾਏ ਹੋਏ ਨੇ। ਉਹ ਅਗਰ ਕਿਸੇ ਆਪਣੇ ਬੰਦੇ ਨੂੰ ਭੇਜਦੇ ਨੇ ਤਾਂ ਆਹੀ ਭੇਜਦੇ ਨੇ। ਕਿਸੇ ਨਾਲ ਲੈਣ ਦੇਣ ਹੁੰਦਾ, ਕਿਸੇ ਦੇ ਬੀਮੇ ਦੀ ਕਿਸ਼ਤ ਹੈ ਰਹਿੰਦੀ ਹੈ, ਉਹ ਆਹੀ ਪੋਸਟ ਕਾਰਡ ਜਾਂਦਾ ਜੀ ਉਹਨਾਂ ਦਾ। ਅਤੇ ਇੱਕ ਗੱਲ ਹੋਰ ਹੈ ਬਸ ਛੋਟੀ ਜਿਹੀ, ਉਸ ਤੋਂ ਬਾਅਦ ਚਾਹੇ ਤੁਸੀਂ ਖ਼ਤਮ ਕਰ ਦਿਓ। ਇਹ ਦੇਖੋ ਉਸ ਵੇਲੇ ਦੇ ਵਪਾਰੀਆਂ ਨੇ ਆਪਣੇ ਆਪਣੇ ਜਿਹੜੇ ਧਰਮ ਨੂੰ ਮੰਨਦੇ ਨੇ ਉਸ ਧਰਮ ਨੂੰ ਲੈ ਕੇ ਫੋਟੋਆਂ ਛਪਾਈਆਂ ਸੀਗੀਆਂ ਔਰ ਉਹਨਾਂ ਇਸ਼ੂ ਨੇ ਇਹ ਵਪਾਰੀ ਵਰਗ ਨੇ ਆਪਣੇ ਛਪਾਏ ਹੋਏ। ਆਪਣਾ ਐਡਰੈਸ ਹੈ ਉਹਨਾਂ 'ਤੇ, ਇਹਦੇ ਜਿੱਥੇ ਪਤਾ ਲਿਖਦੇ ਨੇ ਉਸ ਜਗ੍ਹਾ ਟਿਕਟ ਲਾ ਦਿੰਦੇ ਸੀ ਅੰਗਰੇਜ਼ਾਂ ਵਾਲਾ, ਇਹ ਵੈਲਿਡ ਹੋ ਜਾਂਦਾ ਸੀ। ਛਪਾਇਆ ਹੋਇਆ ਆਪਣਾ ਉਹਨਾਂ ਦਾ, ਉਹਦੇ ਜਿਸ ਇਸ ਨੂੰ ਧਰਮ ਨੂੰ ਮੰਨਦਾ ਉਹਦੀ ਫੋਟੋ ਲਾਈ ਹੋਈ ਹੈ। ਇਹਦੇ 'ਤੇ ਗਣੇਸ਼ ਵੀ ਹੈ, ਲਕਸ਼ਮੀ ਵੀ ਹੈ, ਅਲੱਗ-ਅਲੱਗ ਫੋਟੋਆਂ ਦੇ ਛਪਾਏ ਹੋਏ ਨੇ ਵਪਾਰੀਆਂ ਨੇ ਔਰ ਆਪਣੀ ਫਰਮ ਦਾ ਨਾਮ ਛਪਾਇਆ ਹੋਇਆ ਉੱਪਰ। ਔਰ ਉਹਦੇ ਨਾਲ ਵੈਲਿਡ ਕਰਨ ਵਾਸਤੇ ਅੰਗਰੇਜ਼ਾਂ ਦੀ ਟਿਕਟ ਲੱਗ ਜਾਂਦੀ ਸੀ, ਐਡਰੈਸ ਲਿਖਿਆ ਪਾ ਦਿੱਤਾ। ਅੱਛਾ, ਮੇਰਾ ਇੱਕ ਹੋਰ ਸਵਾਲ ਹੈ, ਇੱਕ ਆਖਰੀ ਸਵਾਲ ਹੈ ਤੁਹਾਨੂੰ। ਜੇ ਪੋਸਟ ਕਾਰਡ ਦੀ ਗੱਲ ਕਰੀਏ, ਹੁਣ ਜਿਵੇਂ ਕਹਿੰਦੇ ਨੇ ਵੀ ਇੰਟਰਨੈਟ ਦਾ ਜ਼ਮਾਨਾ ਹੈਗਾ, ਨੈੱਟ ਹੈਗਾ, ਅੱਜ ਗੱਲ ਬੜੀ ਸੌਖੀ ਹੋ ਗਈ ਹੈ। ਪਹਿਲਾਂ ਗੱਲ ਕਰੀਏ ਫੋਨ ਦੀ, ਫੋਨ ਤੋਂ ਅੱਜ ਵੀਡੀਓ ਕਾਲ 'ਤੇ ਚਲੇ ਗਏ, ਵੀਡੀਓ ਕਾਲ 'ਤੇ ਵੀ 1 ਸੈਕਿੰਡ ਵਿੱਚ ਫੋਨ ਲੱਗ ਜਾਂਦਾ। ਹੁਣ ਇੰਨਾ ਕੁਝ ਤੁਸੀਂ ਇਤਿਹਾਸ ਰੱਖਿਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿ ਧੁੰਦਲਾ ਤਾਂ ਨਹੀਂ ਪੈ ਜਾਊਗਾ? ਕਿਉਂਕਿ ਇਹ ਚੀਜ਼ਾਂ ਖਤਮ ਹੁੰਦੀ ਜਾ ਰਹੀਆਂ ਨੇ। ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਸਰਕਾਰੀ ਕੰਮ ਵੀ ਹੁੰਦੇ ਨੇ ਪੋਸਟ ਕਾਰਡ 'ਤੇ, ਪਰ ਅੱਜ ਉਹ ਵੀ ਨੈੱਟ 'ਤੇ ਚਲੇ ਗਏ ਨੇ, ਅੱਜ ਉਹ ਵੀ ਮੇਲਾਂ ਦਾ ਹੀ ਕੰਮ ਕਰਦੇ ਨੇ। ਦੇਖੋ ਪੋਸਟ ਕਾਰਡ ਬੰਦ ਹੋ ਸਕਦਾ ਹੈ, ਪੋਸਟ ਕਾਰਡ ਖਤਮ ਹੋ ਸਕਦਾ ਹੈ, ਪੁਰਾਣਾ ਇਤਿਹਾਸ ਤਾਂ ਨਹੀਂ ਖਤਮ ਹੋ ਸਕਦਾ। ਮੇਰਾ ਮਕਸਦ ਇਹ ਨਹੀਂ ਹੈ ਕਿ ਪੋਸਟ ਕਾਰਡ ਚੱਲੇ, ਅੱਜ ਵੀ ਚੱਲ ਰਿਹਾ ਹੈ। ਮੇਰਾ ਮਕਸਦ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਉਸ ਟਾਈਮ ਦਾ ਦੱਸਣਾ ਹੈ ਵੀ ਉਸ ਟਾਈਮ ਕੀ ਸੀਗਾ। ਮੈਂ ਦੱਸਣ ਦਾ ਮਕਸਦ ਹੈ ਮੇਰਾ, ਨਵੀਂ ਪੀੜ੍ਹੀ ਨੂੰ ਪਤਾ ਲੱਗੇ, ਜਾਣਕਾਰੀ ਹਾਸਲ ਹੋਵੇ। ਤੁਸੀਂ ਸਾਰੀ ਗੱਲ ਬਸ ਸੁਣੀਏ, ਭਾਜੀ ਨੇ ਜਿਵੇਂ ਹੁਣ ਜ਼ਿਕਰ ਕੀਤਾ ਕਿ 20 ਤੋਂ 25 ਸਾਲਾਂ ਦੀ ਮਿਹਨਤ ਹੈ। ਤੁਸੀਂ ਜਿਵੇਂ ਇਹ ਪੋਸਟ ਕਾਰਡ ਦੇਖਦੇ ਹੋ, ਇੱਥੇ ਇੱਧਰ ਵੀ ਪਏ ਨੇ, ਹਜ਼ਾਰਾਂ ਵਿੱਚ ਪੋਸਟ ਕਾਰਡ ਨੇ। ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਦੇ ਵਿੱਚ, ਭਾਰਤ ਦੀ ਅਲੱਗ-ਅਲੱਗ ਜਗ੍ਹਾ ਦੇ ਵਿੱਚ, ਮੱਧ ਪ੍ਰਦੇਸ਼, ਰਾਜਸਥਾਨ, ਬੈਂਗਲੋਰ, ਅਲੱਗ-ਅਲੱਗ ਜਗ੍ਹਾ ਵਿੱਚ ਗਏ ਨੇ ਤਾਂ ਪੋਸਟ ਕਾਰਡ ਇਕੱਠੇ ਕੀਤੇ ਨੇ। ਹਰ ਇੱਕ ਇੰਡੀਆ ਦਾ ਅੱਜ ਤੋਂ 142 ਸਾਲ ਪਹਿਲਾਂ ਜੋ ਪੋਸਟ ਕਾਰਡ ਹੁੰਦਾ ਸੀ, ਸਾਰੀ ਕਲੈਕਸ਼ਨ ਕੀਤੀ ਹੈ। 142 ਸਾਲਾਂ ਦੀ ਕਲੈਕਸ਼ਨ ਹੈ ਜੋ ਇਹਨਾਂ ਨੇ ਕੀਤੀ ਹੈ 20-25 ਸਾਲ ਦੇ ਵਿੱਚ। ਤਾਂ ਇੱਕ ਪੈਸੇ ਦਾ ਵੀ ਕਾਰਡ ਇਹਨਾਂ ਨੂੰ ਲਗਭਗ 100 ਰੁਪਏ, 150 ਰੁਪਏ, 200 ਰੁਪਏ ਕਬਾੜੀਏ ਕੋਲ, ਅਲੱਗ-ਅਲੱਗ ਘਰਾਂ ਵਿੱਚ ਜਾ ਕੇ, ਵਪਾਰੀਆਂ ਕੋਲ ਜਾ ਕੇ ਮਿਲਿਆ। ਤਾਂ ਇਹ ਵੀ ਇਤਿਹਾਸ ਹੈ। ਅੱਜ ਪੋਸਟ ਕਾਰਡ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਪਤਾ ਹੈ। ਪੁਰਾਣੇ ਬਜ਼ੁਰਗਾਂ ਨੂੰ ਜਾਂ ਵਪਾਰੀਆਂ ਨੂੰ ਇਸ ਚੀਜ਼ ਦਾ ਪਤਾ ਹੋਊਗਾ, ਜਾਂ ਸਰਕਾਰੀ ਮਹਿਕਮੇ 'ਚ ਅੱਜ ਵੀ ਕੰਮ ਹੁੰਦੇ ਤੇ ਉਹਨਾਂ ਨੂੰ ਪਤਾ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਖੁਦ ਭਾਜੀ ਕਹਿੰਦੇ ਨੇ ਕਿ ਇਹਨਾਂ ਨੂੰ ਨੌਜਵਾਨ ਦੇਖਣ, ਜਿਹੜੀ ਆਉਣ ਵਾਲੀ ਪਨੀਰੀ ਹੈ ਜਾਂ ਆਉਣ ਵਾਲੀ ਪੀੜ੍ਹੀ, ਉਹ ਦੇਖਣ ਵੀ ਸਾਡਾ ਵੀ ਇਤਿਹਾਸ ਸੀ। ਪਹਿਲਾ ਪੋਸਟ ਕਾਰਡ ਇੰਡੀਆ ਦਾ ਤੇ ਅਖੀਰਲਾ ਵੀ ਪੋਸਟ ਕਾਰਡ ਇਹਨਾਂ ਨੇ ਦਿਖਾਇਆ। ਤਾਂ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਮਲੇਰਕੋਟਲੇ ਤੋਂ ਜਾਂ ਬਾਕੀ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੋਂ ਇਤਿਹਾਸ ਤੋਂ ਜਾਣੂ ਕਰਵਾਉਣ ਦੀ। ਤਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਤੇ ਪੰਜਾਬ ਨਿਊਜ਼ ਦੇ ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।